ਵਾਹਿਗੁਰੂ ਸਾਹਿਬ ਜੀਓ। ਨੈਣ ਨ ਦੇਖੇ ਸਾਧ ਸੇ ਨੈਣ ਬਹਾਲਿਆ। ਨੈਣ ਨ ਦੇਖੇ ਸਾਧ ਸੇ ਨੈਣ ਬਹਾਲਿਆ। ਕਰਨ ਸੁਣਾਈ ਨਾਦ ਕਰਨ ਮੁਨ ਘਾਲਿਆ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਵਿਸਰੇ ਗੋਬਿੰਦ ਰਾਏ। ਦਿਨੋਂ ਦਿਨ ਘਟੀਐ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਰਣਾ ਗੁਰੂ ਨਾਮ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਰਣਾ ਗੁਰੂ ਨਾਮ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮੈਂ ਉਤਮ ਕਾਂਡੀਏ ਵਿਰਲੇ ਕਈ ਕੇ। ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਆਪਾਂ ਆਰੰਭ ਕੀਤੀ ਹੋਈ ਹੈ ਕਥਾ ਉਸ ਦੀ, ਜਿਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਹਿਲੀ ਪੌੜੀ ਦੇ ਅੰਦਰ ਜਿਹੜੇ ਧਰਮ ਦੇ ਅੰਦਰ ਕਰਮਕਾਂਡ ਕੀਤਾ ਜਾਂਦਾ ਹੈ, ਤੀਰਥ ਇਸ਼ਨਾਨ ਗਿਆਨ ਚਰਚਾ, ਪਹਿਲੀ ਪੌੜੀ 'ਚ ਕਰਮਕਾਂਡ ਦਾ ਜ਼ਿਕਰ ਕੀਤਾ ਮਹਾਰਾਜ ਨੇ। ਲੋਕੀ ਕੁਝ ਸੋਚ ਰੱਖਦੇ ਨੇ, ਕੋਈ ਮੌਨ ਧਾਰਨ ਕਰਦੇ ਨੇ, ਤੇ ਅਖੀਰ ਤੇ ਮਹਾਰਾਜ ਕਿਹਾ ਵੀ ਹੁਕਮ ਰਜ਼ਾ ਹੀ ਚੱਲਣਾ। ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ 100 ਚੱਕਰਾਂ ਦੇ ਚੱਕਰ 'ਚ ਪਏ ਹੋਏ ਜੇ। ਦੂਸਰੀ ਪੌੜੀ 'ਚ ਮਹਾਰਾਜ ਨੇ ਆਖਿਆ ਵੀ ਹੁਕਮੀ ਹੋਵਣ ਆਕਾਰ, ਕਿ ਜੋ ਕੁਛ ਧਰਤੀ ਤੇ ਬਣਿਆ ਹੈ ਜਾਂ ਧਰਤੀ ਬਣੀ ਹੈ ਇਹਦੇ ਹੁਕਮ 'ਚ ਬਣੀ ਹੋਈ ਹੈ, ਉਸਦੇ ਹੁਕਮੀ ਹੋਵਣ ਆਕਾਰ। ਤੇ ਤੀਸਰੀ ਪੌੜੀ 'ਚ ਫਿਰ ਰੱਬ ਦੇ ਹੁਕਮ ਦੀ ਗੱਲ ਕੀਤੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹੁਕਮੀ ਹੁਕਮ ਚਲਾਏ ਰਾਓ, ਇੰਨੇ ਜ਼ਿੰਦਗੀਆਂ ਦੇ ਰਾਹ ਚੱਲੇ ਹੋਏ ਨੇ। ਕੋਈ ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਪੌਣ ਹਾਰੀ ਪੌਣ ਸਮਾਰ। ਕੋਈ ਆਕਾਸ਼ ਵਿੱਚ ਹੀ ਰਹਿੰਦਾ ਹੈ, ਕੋਈ ਪਾਣੀ ਵਿੱਚ ਰਹਿੰਦਾ ਹੈ। ਬੜੇ ਰਾਹ ਚੱਲੇ ਹੋਏ ਨੇ ਜ਼ਿੰਦਗੀ ਨੂੰ ਤੋਰਨ ਦੇ। ਮਹਾਰਾਜ ਕਹਿੰਦੇ ਹੁਕਮੀ ਹੁਕਮ ਚਲਾਏ ਰਾਹ। ਇੰਨੇ ਰਾਹ ਚਲਾਉਣ ਦੇ ਬਾਅਦ ਉਹਨੂੰ ਕੋਈ ਫਿਕਰ ਨਹੀਂ ਆ। ਨਾਨਕ ਵਿਗ ਸੇਵੇ ਪਰਵਾਹ
ਉਹ ਬੇਪਰਵਾਹ ਵਾ। ਰਾਹ ਉਹਨੇ ਹੀ ਚਲਾਏ ਨੇ। ਕੋਈ ਮਿੱਟੀ ਖਾਂਦੇ ਨੇ, ਕੋਈ ਇੱਕ ਮਾਸ ਖਾਏ, ਇੱਕ ਤ੍ਰਿਣ ਖਾਏ, ਇੱਕ ਮਿੱਟੀਆ ਖਾਏ, ਇੱਕ ਪਾਉਣਹਾਰ। ਜ਼ਿੰਦਗੀ ਨੂੰ ਚਲਾਉਣ ਦੇ ਬੜੇ ਰਾਹ ਨੇ, ਤੇ ਇਹ ਰਾਹ ਰੱਬ ਨੇ ਚਲਾਏ ਹੋਏ ਨੇ। ਹੁਕਮੀ ਹੁਕਮ ਚਲਾਏ ਰਾਹ। ਮੱਛਲੀ ਪਾਣੀ ਤੋਂ ਬਾਹਰ ਨਹੀਂ ਆ ਸਕਦੀ। ਅਸੀਂ ਪਾਣੀ 'ਚ ਨਹੀਂ ਰਹਿ ਸਕਦੇ। ਸਾਡਾ ਜ਼ਿੰਦਗੀ ਨੂੰ ਚਲਾਉਣ ਦਾ ਰਾਹ ਕੋਈ ਹੋਰ ਵਾ। ਗਊ ਦਾ ਰਾਹ ਕੋਈ ਹੋਰ ਵਾ, ਤੇ ਸ਼ੇਰ ਦਾ ਰਾਹ ਕੋਈ ਹੋਰ ਆ ਜ਼ਿੰਦਗੀ ਨੂੰ ਚਲਾਉਣ ਦਾ। ਤੀਸਰੀ ਪੌੜੀ 'ਚ ਸਾਹਿਬ ਕਹਿੰਦੇ ਨੇ, ਹੁਕਮੇ ਹੁਕਮ ਚਲਾਏ ਰਾਹ, ਤੇ ਨਾਨਕ ਵਿਗਸੇ ਵੇ ਪਰਵਾਹ। ਉਹ ਬੜਾ ਬੇਪਰਵਾਹ ਵਾ। ਉਹਨੂੰ ਕੋਈ ਫਿਕਰ ਨਹੀਂ ਆ। ਰਾਜ ਸੱਤਾ ਬਦਲ ਜੇ ਤੇ ਬੜੇ ਲੋਕਾਂ ਨੂੰ ਫਿਕਰ ਪੈ ਜਾਂਦਾ। ਸਾਡੀਆਂ ਸਰਪੰਚੀਆਂ ਗਈਆਂ, ਸਾਡਾ ਚੌਧਰਪਣਾ ਗਿਆ, ਸਾਡੇ ਇਲਾਕੇ 'ਚ ਮਾਨ ਸਨਮਾਨ ਗਿਆ। ਬੜੇ ਫਿਕਰ ਪੈ ਜਾਂਦੇ ਨੇ ਲੋਕਾਂ ਨੂੰ। ਬੜੇ ਗਮਗੀਨ ਹੋ ਜਾਂਦੇ ਨੇ ਲੋਕ। ਇੰਨਾ ਧਰਤੀ ਤੇ ਉਥਲ ਪੁਥਲ ਹੋ ਰਿਹਾ ਹੈ, ਕੋਈ ਉਹਨੂੰ ਕੋਈ ਫਿਕਰ ਵਾ? ਸਾਹਿਬ ਕਹਿੰਦੇ ਨਾ, ਉਹਨੂੰ ਕੋਈ ਫਿਕਰ ਨਹੀਂ ਆ। ਬੰਬ ਚੱਲ ਜੇ, ਕੋਈ ਐਟਮ ਬੰਬ ਚੱਲ ਜੇ, ਕੋਈ ਦੁਨੀਆ ਮਰ ਜੇ, ਦੁਨੀਆ ਖਤਮ ਹੋ ਜੇ, ਕੋਈ ਉਹਨੂੰ ਵੀ ਕੋਈ ਗਮ ਹੋਏਗਾ? ਸਾਹਿਬ ਕਹਿੰਦੇ ਨਹੀਂ, ਉਹਨੂੰ ਕੋਈ ਗਮ ਨਹੀਂ ਹੈ। ਦੇਸ਼ ਖਤਮ ਹੋ ਜੇ, ਐਟਮ ਬੰਬ ਚੱਲ ਜੇ, ਦੁਨੀਆ ਮਰ ਜੇ, ਉਹਨੂੰ ਕੋਈ ਫਿਕਰ ਨਹੀਂ ਆ। ਬੇਪਰਵਾਹ ਵਾ। ਇਹ ਫਿਕਰ ਬੰਦਿਆਂ ਨੂੰ ਹੁੰਦੇ ਨੇ, ਰੱਬ ਨੂੰ ਨਹੀਂ ਆ, ਪਰਮੇਸ਼ਰ ਨੂੰ ਨਹੀਂ ਆ। ਉਸ ਨੂੰ ਫਿਕਰ ਨਹੀਂ ਆ ਕੋਈ। ਤੇ ਚੌਥੀ ਪੌੜੀ 'ਚ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਤੂੰ ਉਸ ਦੀ ਨੇੜਤਾ ਚਾਹੁੰਦਾ ਹੈ, ਉਸ ਬੇਪਰਵਾਹ ਦੀ, ਉਹ ਜਿਹਦੇ ਹੁਕਮ ਵਿੱਚ ਰਾਹ ਚੱਲੇ ਹੋਏ ਨੇ। ਦਰਿਆਵਾਂ ਦੇ ਰਾਹ ਕਿਸੇ ਨੇ ਬਣਾਏ ਨਹੀਂ ਹੈ, ਉਸ ਨੇ ਚਲਾਏ ਹੋਏ ਨੇ। ਸਮੁੰਦਰਾਂ ਨੂੰ ਕਿਸੇ ਨੇ ਬਣਾਇਆ ਨਹੀਂ ਹੈ, ਸਮੁੰਦਰ ਉਹਨੇ ਹੀ ਬਣਾਏ ਹੋਏ ਨੇ। ਤੇ ਚੌਥੀ ਪੌੜੀ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਕਿ ਉਹ ਸਾਚਾ ਹੈ, ਸਾਹਿਬ ਹੈ, ਤੇ ਉਹਨੂੰ ਪ੍ਰਾਪਤ ਕਰਨ ਦਾ ਕੀ ਤਰੀਕਾ ਸੀ? ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕੋਈ ਤਰੀਕਾ ਨਹੀਂ ਹੈ ਰੱਬ ਨੂੰ ਪ੍ਰਾਪਤ ਕਰਨ ਦਾ। ਸਾਹਿਬ ਨੇ ਜਪਜੀ ਸਾਹਿਬ 'ਚ ਇੱਕੋ ਤਰੀਕਾ ਦੱਸਿਆ, ਅੰਮ੍ਰਿਤ ਵੇਲਾ, ਤੇ ਉਹਨੂੰ ਯਾਦ ਕਰਨਾ। ਇਹ ਚੌਥੀ ਪੌੜੀ 'ਚ ਮਾਰ ਨੇ ਅੰਕਿਤ ਕੀਤਾ ਸੀ। ਤੇ ਪੰਜਵੀਂ ਪੌੜੀ 'ਚ ਮਾਰ ਨੇ ਆਖਿਆ ਵੀ ਜਿਹਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਜਿਸ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ, ਹੈ ਕੌਣ ਵਾ? ਉਸ ਦਾ ਪਤਾ ਕੀ ਕਿੱਥੋਂ ਲੱਗੂਗਾ ਤੁਹਾਨੂੰ? ਸਾਹਿਬ ਨੇ ਕਿਹਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਗਰ ਤੁਸੀਂ ਉਸ ਨੂੰ ਆਰਾਧਨਾ ਚਾਹੁੰਦੇ ਹੋ ਤੇ ਕੋਈ ਦੇਵੀ ਦੇਵਤੇ, ਕੋਈ ਪੱਥਰ ਦੀ ਮੂਰਤੀ ਘੜ ਕੇ ਨਾ ਬਹਿ ਜਿਓ ਜੇ, ਉਹ ਨਹੀਂ ਥਾਪਿਆ ਜਾਂਦਾ। ਤੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਸ ਨੇ ਉਸ ਨੂੰ ਗਾਇਆ, ਉਸ ਨੇ ਉਸ ਨੂੰ ਬੜਾ ਮਾਣ ਬਖਸ਼ਿਆ ਹੈ। ਆਪਣਾ ਜਿਗਰ ਸੀ ਨਾ ਕਿ ਸੁਣਿਆ ਪੜ ਪੜ ਪਾਵੇ ਮਾਣ। ਜਿਹੜੇ ਰੱਬ ਨੂੰ ਸੁਣਦੇ ਨੇ, ਰੱਬ ਨੂੰ ਪੜ੍ਹਦੇ ਨੇ, ਰੱਬ ਉਹਨਾਂ ਨੂੰ ਬੜਾ ਮਾਣ ਬਖਸ਼ਦਾ ਹੈ। ਤੇ ਬੰਦਾ ਦੁਨੀਆ ਤੋਂ ਮਾਣ ਪ੍ਰਾਪਤ ਕਰਨਾ ਚਾਹੁੰਦਾ ਹੈ। ਧਾਰਮਿਕ ਬੰਦੇ ਵੀ ਕੁਛ ਕਰਮ ਕਾਂਡ ਕਰਕੇ ਦੁਨੀਆ ਤੋਂ ਮਾਣ ਪ੍ਰਾਪਤ ਕਰਨਾ ਚਾਹੁੰਦੇ ਨੇ। ਸਾਹਿਬ ਕਹਿੰਦੇ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮੈਨੇ ਥੋੜਾ ਜਿਹਾ ਮਾਨ। ਤੀਰਥਾਂ ਦੇ ਜਾਓਗੇ, ਦਾਨ ਪੁੰਨ ਕਰੋਗੇ, ਜੱਗ ਲਾਓਗੇ,
ਆਸ਼ਰਮ ਖੋਲੋਗੇ, ਲੋਕਾਂ ਦੀ ਸੇਵਾ ਕਰੋਗੇ ਤੇ ਥੋੜਾ ਬਹੁਤਾ ਮਾਣ ਦੁਨੀਆ ਦੇ ਦੇਗੀ। ਹੋ ਸਕਦਾ ਰੱਬ ਵੀ ਥੋੜਾ ਬਹੁਤਾ ਮਾਣ ਦੇ ਦੇ ਵੀ ਤੁਸੀਂ ਸੇਵਾ ਕਰਦੇ ਜੀ। ਪਰ ਸਾਹਿਬ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ। ਜਿਹੜਾ ਉਹਦੀ ਬੰਦਗੀ ਕਰਦਾ ਦੁਨੀਆ ਤੇ ਮਾਨ ਉਸਨੂੰ ਮਿਲੇ ਚਾਹੇ ਨਾ ਮਿਲੇ, ਉਹ ਬੜਾ ਮਾਣ ਬਖਸ਼ਦਾ ਹੈ। ਰੇ ਰੇ ਦਰਗੇ ਕਹੇ ਨਾ ਕੋਊ, ਆਉ ਬੈਠ ਆਦਰ ਸੁਭ ਦੇਹੂ। ਆਉ ਬੈਠ ਆਦਰ ਸਭ ਦੇਹੂ, ਹਾਂ ਮੈਲੀ ਤੂੰ ਪਾਵੇਂ ਬਾਸਾ, ਜਨਮ ਮਰਨ ਨਹੀਂ ਹੋਏ ਬਨਾਸਾ। ਜਿਹੜੇ ਉਸ ਨੂੰ ਸੇਵਦੇ ਨੇ, ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਸਾਹਿਬ ਕਹਿੰਦੇ ਇੱਥੇ ਮਾਣ ਦੀ ਤੇ ਗੱਲ ਛੱਡੋ, ਉਹਨੂੰ ਦਰਗਾਹ ਵਿੱਚ ਵੀ ਮਾਣ ਮਿਲਦਾ ਹੈ। ਰੇ ਰੇ ਦਰਗੇ ਕਹੇ ਨਾ ਕੋ, ਨਾਮ ਸੁਣੇ ਜਮ ਦੂਰੋਂ ਭਾਗੇ। ਸਾਹਿਬ ਕਹਿੰਦੇ ਜਦੋਂ ਨਾਮ ਜਪਣ ਵਾਲਾ ਕਿਤੇ ਦਰਗਾਹ 'ਚ ਜਾਂਦਾ ਹੈ ਨਾ, ਅਗਲ ਤੇ ਜਾਂਦਾ ਨਹੀਂ ਗਾ, ਅਗਰ ਜਾਣ ਦੀ ਲੋੜ ਪੈ ਵੀ ਜਾਵੇ ਤਾਂ ਜੇ ਉਹ ਧਰਮਰਾਜ ਨਾਲ ਉਹਦਾ ਕੋਈ ਵਾਹ ਨਹੀਂ ਹੈ, ਨਾਮ ਜਪਣ ਵਾਲੇ ਦਾ ਤੇ ਨਾਮ ਸੁਣਨ ਵਾਲੇ ਦਾ, ਤੇ ਅਗਰ ਚਿਲ ਵੀ ਜਾਵੇ ਉਹ ਬੰਦਾ, ਸਾਹਿਬ ਕਹਿੰਦੇ ਫਿਰ ਆਉ ਬੈਠ ਆਦਰ ਸਭ ਦੇਹੂ, ਨਾਨਕ ਧਰਮ ਐਸੇ ਚਵੈ। ਨਾਮ ਜਪਣ ਵਾਲੇ ਨੂੰ, ਪਰਮੇਸ਼ਰ ਦਾ ਨਾਮ ਸੁਣਨ ਵਾਲੇ ਨੂੰ ਧਰਮਰਾਜ ਕਿਵੇਂ ਪੇਸ਼ ਆਉਂਦਾ ਹੈ? ਨਾਨਕ ਧਰਮ ਐਸੇ ਚਵੇ, ਚਵੇ ਮੈਨੇ ਬੋਲਣਾ। ਤੂੰ ਚੌ ਸੱਜਣ ਮੈਂਡਿਆ, ਚੌ ਚਵੇ ਬੋਲਣਾ। ਧਰਮਰਾਜ ਉਸ ਵਿਅਕਤੀ ਨਾਲ ਕਿਵੇਂ ਬੋਲਦਾ ਹੈ ਜਿਹੜਾ ਨਾਮ ਸੁਣਦਾ ਹੈ ਜਾਂ ਨਾਮ ਜਪਦਾ ਹੈ? ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਧਰਮ ਐਸੇ ਚਵੈ। ਇਸ ਤਰ੍ਹਾਂ ਬੋਲਦਾ ਹੈ, ਕੀਤੋ ਨੇ ਭਵਨ ਪਨੀਤਾ। ਭਵਨ ਕਹਿੰਦੇ ਨੇ ਘਰ ਨੂੰ। ਧਰਮਰਾਜ ਕਹਿੰਦਾ ਤੂੰ ਮੇਰੇ ਘਰ ਵਿੱਚ ਆ ਗਿਆ, ਨਾਮ ਸੁਣਨ ਵਾਲਿਆ, ਨਾਮ ਜਪਣ ਵਾਲਿਆ, ਤੂੰ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਈ। ਨਾਨਕ ਧਰਮ ਐਸੇ ਚਵੈ, ਕੀਤੋ ਪਵਨ ਪਨੀਤਾ। ਸਾਹਿਬ ਕਹਿੰਦੇ ਜਿਨ੍ਹਾਂ ਨੇ ਫਿਰ ਸੇਵਿਆ ਹੈ, ਦੁਨੀਆ ਤੇ ਮਾਨ ਵੀ ਮਿਲਿਆ ਹੈ, ਪਰ ਰੱਬ ਵੱਲੋਂ ਬਹੁਤ ਵੱਡਾ ਮਾਨ ਉਹਨਾਂ ਵਿਅਕਤੀਆਂ ਨੂੰ ਮਿਲਦਾ ਜਿਹੜਾ ਉਹਦੇ ਨਾਮ ਧਨ ਨੂੰ ਵਿਹਾਜਦੇ ਨੇ, ਨਾਮ ਧਨ ਨੂੰ ਸੁਣਦੇ ਨੇ, ਇਕੱਠਾ ਕਰਦੇ ਨੇ। ਤੇ ਜਿਹੜੀ ਅਗਲੀ ਪੌੜੀ ਸੀ, 6ਵੀਂ ਪੌੜੀ ਸੀ, ਸਾਹਿਬ ਕਹਿੰਦੇ ਤੀਰਥ ਨਾਵਾ। ਇਹ ਜੋਗੀਆਂ ਦੇ ਨਾਲ ਹੁਣ ਇੱਥੋਂ ਗੱਲ 5ਵੀਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਤੇ 11ਵੀਂ, ਇਹ 7 ਪੌੜੀਆਂ ਜਿਹੜੀਆਂ ਜੋਗੀ ਦੇ ਨਾਲ ਚਰਚਾ ਨੇ, ਤੇ ਅਖੀਰ ਤੇ ਫੇਰ ਜਿਹੜੀ ਮੁੰਦਾ ਸੰਤੋਖ ਭੁਗਤ ਗਿਆਨ ਏਕਾ ਮਾਈ ਤੇ ਆਸਣ ਲੋਈ 4 ਇਹ ਪੌੜੀਆਂ। 7 ਤੇ 4 11 ਪੌੜੀਆਂ ਜਪਜੀ ਸਾਹਿਬ ਦੀਆਂ ਜਿਹੜੀਆਂ ਨੇ ਉਹ ਜੋਗੀਆਂ ਦੇ ਨਾਲ ਗਿਆਨ ਗੋਸ਼ਟਾ ਸਾਹਿਬ ਦੀ। ਉਹ ਕਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ। ਸਾਹਿਬ ਕਹਿੰਦੇ ਨਾ 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 ਨਾ, ਅਸੀਂ ਉਸ ਨੂੰ ਮੰਨਦੇ ਜੋ ਥਾਪਿਆ ਨਾ ਜਾਏ, ਜੋ ਕੀਤਾ ਨਾ ਹੋਏ, ਜੋ ਆਪੇ ਆਪ ਨਿਰੰਜਨ ਵਾ, ਉਸ ਨੂੰ ਮੰਨਦੇ ਹਾਂ ਅਸੀਂ। ਉਹ ਕਹਿੰਦੇ ਕਿ ਅਸੀਂ ਗੋਰਖ ਨੂੰ ਮੰਨਦੇ ਹਾਂ। ਸਾਹਿਬ ਕਹਿੰਦੇ ਤੁਸੀਂ ਮੰਨੀ ਜੋ, ਅਸੀਂ ਨਹੀਂ ਮੰਨਦੇ ਗੋਰਖ ਨੂੰ। ਉਹ ਕਹਿੰਦੇ ਗੁਰੂਆਂ ਦਾ ਗੁਰੂ ਗੋਰਖਨਾਥ ਹੈ। ਸਾਹਿਬ ਕਹਿੰਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ, ਗੁਰਾਂ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਉਹ ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਸਾਰਿਆਂ ਨੂੰ ਜੀਵਨ ਦਿੰਦਾ ਹੈ। ਸਾਡਾ ਤੇ ਉਹ ਗੁਰੂ ਹੈ। ਫਿਰ ਉਹਨਾਂ ਨੇ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਲਾਲਚ ਦਿੱਤਾ, ਤੁਸੀਂ ਸਾਡੇ ਪੰਥ ਵਿੱਚ ਆ ਜਾਓ, ਅਸੀਂ ਦਰਸ਼ਨ ਪੇਖ ਕਰੋ, ਜੋਗਿੰਦਰਾ ਤੁਹਾਨੂੰ ਜੋਗੀਆਂ ਦਾ ਵੀ ਜੋਗੀ ਬਣਾ ਦਿਆਂਗੇ, ਤੁਹਾਨੂੰ ਜਥੇਦਾਰ ਬਣਾ ਦਿਆਂਗੇ ਆਪਣਾ। ਸਾਹਿਬ ਕਹਿੰਦੇ ਇਹ ਜਥੇਦਾਰੀ 'ਚ ਮਿਲਣਾ ਕੀ ਹੈ? ਨਾ ਨਾ,
ਕਹਿਣ ਲੱਗੇ ਫਿਰ ਤੁਹਾਡੀ ਉਮਰ ਵੱਡੀ ਕਰ ਦਿਆਂਗੇ। ਕਹਿਣ ਲੱਗੇ ਕਿੰਨੀ ਕਰ ਦਿਓਗੇ ਵੱਡੀ ਉਮਰ? ਕਹਿੰਦੇ 4 ਯੁੱਗ ਉਮਰ ਕਰ ਦਈਏ। ਸਾਹਿਬ ਕਹਿੰਦੇ ਜੇ ਯੁੱਗ 4 ਯਾਰ ਜਾਂ ਹੋਰ ਦਸੂਣੀ ਹੋਏ, 4 ਯੁੱਗ ਨਹੀਂ 40 ਯੁੱਗ ਕਰ ਦਿਓ। ਇਸ ਨਾਲ ਕੀ ਹੋਣਾ, ਉਮਰ ਨਾਲ ਕੀ ਹੋਣਾ ਹੈ? ਵਡੇਰੀ ਉਮਰ ਵਾਲਿਆਂ ਨੂੰ ਪੁੱਛੋ ਜੇ ਕੀ ਕੀਤਾ ਧਰਤੀ ਉੱਤੇ ਵੱਡੀ ਉਮਰ ਭੋਗ ਕੇ? ਦੁੱਖ ਹੀ ਭੋਗਿਆ ਕਿ ਕੁਝ ਹੋਰ ਵੀ ਕੀਤਾ ਵਾ? ਹਾਂ, ਕੋਈ ਵਡੇਰੀ ਉਮਰ ਵਾਲਾ ਬਾਬਾ ਬੁੱਢਾ ਸਾਹਿਬ ਜੀ ਵਰਗੇ ਫਿਰ 100 ਸਾਲ ਸੇਵਾ ਕਰਦੇ ਨੇ। 100 ਸਾਲ ਵਡੇਰੀ ਉਮਰ ਹੋਈ ਹੈ ਬਾਬਾ ਸ਼੍ਰੀ ਚੰਦ ਜੀ ਦੀ। ਉਹਨਾਂ ਨੇ ਸਾਰੀ ਜ਼ਿੰਦਗੀ ਫਿਰ ਤਪੱਸਿਆ ਕੀਤੀ ਵਡੇਰੀ ਉਮਰ ਪ੍ਰਾਪਤ ਕਰਕੇ। ਵਡੇਰੀ ਉਮਰ ਹੋਈ ਹੈ ਭਗਤ ਕਬੀਰ ਜੀ ਦੀ। 125 ਸਾਲ ਬਾਬਾ ਬੁੱਢਾ ਜੀ ਦੀ ਆ ਤੇ 125 ਸਾਲ ਹੀ ਭਗਤ ਕਬੀਰ ਦੀ ਉਮਰ ਵਾ। ਤੇ ਵਡੇਰੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਫਿਰ ਪੱਥਰ ਤੇ ਬਹਿ ਕੇ ਤਪੱਸਿਆ ਕਰਦੇ ਨੇ। ਉਹਨਾਂ ਦਾ ਪੱਥਰ ਅਜੇ ਵੀ ਰਮਦਾਸ ਉੱਥੇ ਪਿਆ ਹੋਇਆ, ਜਿੱਥੇ ਬੈਠ ਕੇ ਉਹ ਤਪੱਸਿਆ ਕਰਦੇ ਸਨ ਬਾਬਾ ਬੁੱਢਾ ਸਾਹਿਬ ਜੀ। ਕਿਉਂਕਿ ਤਪੱਸਿਆ ਕਰਨਾ ਸੌਖਾ ਕੰਮ ਨਹੀਂ ਆ। ਇਹ ਬੈੱਡਾਂ ਤੇ ਬਹਿ ਕੇ ਕੰਮ ਹੋਣ ਵਾਲਾ ਨਹੀਂ ਗਾ, ਇਹ ਕੁਰਸੀਆਂ ਤੇ ਬਹਿ ਕੇ ਕੰਮ ਕਰਨ ਵਾਲਾ ਨਹੀਂ ਗਾ, ਇਹ ਤੇ ਪੱਥਰਾਂ ਤੇ ਬਹਿ ਕੇ ਕੰਮ ਕਰਨ ਵਾਲਾ ਵਾ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਘਰੀ ਵਿਛਾਈ। ਪੁਰਾਣੇ ਸਮੇਂ 'ਚ ਜਿਹੜੇ ਮਹਾਂਪੁਰਖ ਬੰਦਗੀਆਂ ਕਰਦੇ ਹੁੰਦੇ ਸਨ, ਉਹ ਰੋੜਾਂ ਤੇ ਬਹਿ ਕੇ ਬੰਦਗੀਆਂ ਕਰਦੇ ਹੁੰਦੇ ਸਨ, ਪੱਥਰਾਂ ਤੇ ਬਹਿ ਕੇ, ਤਾਂ ਕਿ ਨੀਂਦ ਨਾ ਆ ਸਕੇ। ਇਹ ਤਾਈਓ ਤੇ ਔਖਾ ਕੰਮ ਵਾ, ਕਿਉਂ? ਬੈੱਡਾਂ ਤੇ ਬਹਿ ਕੇ ਨਹੀਂ ਹੁੰਦਾ। ਇਹ ਔਖਾ ਕੰਮ ਹੈ, ਕੁਰਸੀਆਂ ਤੇ ਬਹਿ ਕੇ ਨਹੀਂ ਹੁੰਦਾ। ਇਹਦੇ ਵਾਸਤੇ ਕੁਛ ਨਾ ਹੋਰ ਕਰਨਾ ਪੈਂਦਾ ਹੈ। ਮੈਂ ਕਹਿ ਰਿਹਾ ਸੀ, ਉਹਨਾਂ ਨੇ ਲਾਲਚ ਦਿੱਤਾ ਕਿ ਤੁਹਾਡੀ ਉਮਰ ਵੱਡੀ ਕਰ ਦੇਂਗੇ। ਸਾਹਿਬ ਕਹਿੰਦੇ ਉਮਰ ਵੱਡੀ ਨਹੀਂ ਕਰਨੀ, ਉਮਰ ਨੂੰ ਸਫਲਿਆਂ ਕਰਨਾ ਹੈ। ਬਾਬਾ ਬੁੱਢਾ ਜੀ ਨੇ ਆਪਣੀ ਉਮਰ ਸਫਲ ਕੀਤੀ ਹੈ। ਭਗਤ ਕਬੀਰ ਜੀ ਨੇ ਆਪਣੀ ਵਡੇਰੀ ਉਮਰ ਸਫਲ ਕੀਤੀ ਹੈ। ਬਾਬਾ ਸ਼੍ਰੀ ਚੰਦ ਜੀ ਦੀ 150 ਸਾਲ ਉਮਰ ਹੈ। ਉਹਨਾਂ ਨੇ ਬਹੁਤ ਤਪੱਸਿਆ ਕੀਤੀ ਹੈ ਵਡੇਰੀ ਉਮਰ ਕਰਕੇ। ਅੱਗੇ ਫਿਰ ਹੁਣ ਜਿਹੜੀਆਂ ਇਹ ਪੌੜੀਆਂ ਸੀ, ਜਿਹੜੀਆਂ ਅਸੀਂ ਆਰੰਭ ਕੀਤੀਆਂ ਸੀ, 11ਵੀਂ, 10ਵੀਂ, 9ਵੀਂ ਤੇ 8ਵੀਂ, ਇਹਦੇ ਵਿੱਚ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਧਾਂ ਦੇ ਨਾਲ ਕਹਿੰਦੇ ਨੇ ਕਿ ਅਸੀਂ ਤੇ ਪਰਮੇਸ਼ਰ ਦਾ ਨਾਮ ਸੁਣਨ ਵਿੱਚ ਵਿਸ਼ਵਾਸ ਰੱਖਦੇ ਹਾਂ। ਤੇ ਉਹ ਕਹਿੰਦੇ ਵੀ ਨਾਮ ਸੁਣਨ ਦੇ ਨਾਲ ਕੀ ਹੁੰਦਾ ਹੈ? ਅਸੀਂ ਯੋਗ ਸਾਧਨਾ ਕਰਦੇ ਹਾਂ, ਅਸੀਂ ਸਵਾਸਾਂ ਨੂੰ ਅੰਦਰ ਟਿਕਾਉਂਦੇ ਹਾਂ, ਅਸੀਂ ਵੱਡੀ ਉਮਰ ਕਰ ਲੈਂਦੇ ਹਾਂ, ਅਸੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਕੋ ਪੂਜਾ ਕਰਾਉਂਦੇ ਹਾਂ, ਲੋਕਾਂ ਨੂੰ ਵਰ ਦਿੰਦੇ ਹਾਂ, ਲੋਕਾਂ ਨੂੰ ਸਰਾਫ ਦਿੰਦੇ ਹਾਂ, ਲੋਕ ਸਾਨੂੰ ਮੱਥੇ ਟੇਕਦੇ ਨੇ, ਲੋਕ ਸਾਡੇ ਕੋਲ ਡਰਦੇ ਨੇ, ਸਾਡੇ ਕੋਲ ਪਦਾਰਥ ਲੈ ਕੇ ਜਾਂਦੇ ਨੇ ਲੋਕੀ। ਇਹ ਸਾਡੀ ਰਿੱਧੀਆਂ ਸਿੱਧੀਆਂ ਨਾਲ ਹੁੰਦਾ ਹੈ, ਸਾਡੀ ਯੋਗ ਸਾਧਨਾ ਪ੍ਰਾਪਤ ਹੁੰਦਾ ਹੈ। ਤੇ ਜਿਹੜਾ ਤੁਸੀਂ ਕਹਿੰਦੇ ਹੋ ਨਾਮ ਸੁਣਿਆ ਕਰੋ, ਰੱਬ ਦਾ ਬੰਦਗੀ ਕਰਿਆ ਕਰੋ, ਨਾਮ ਸੁਣਨ ਦੇ ਨਾਲ ਕੀ ਹੁੰਦਾ ਹੈ? ਸਾਹਿਬ ਨੇ ਫਿਰ 4 ਪੌੜੀਆਂ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਨਾਮ ਸੁਣਨ ਦੇ ਨਾਲ ਕੀ ਹੁੰਦਾ ਹੈ। ਸਾਹਿਬ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ। ਰੱਬ ਦਾ ਨਾਮ ਸੁਣਨ ਵਾਲਾ ਬੰਦਾ ਪੀਰ ਹੋ ਜਾਂਦਾ ਹੈ, ਪੂਜਣ ਯੋਗ ਹੋ ਜਾਂਦਾ ਹੈ, ਨਾਥ ਹੋ ਜਾਂਦਾ ਹੈ। ਤੇ ਸੁਣਿਆ ਪੋ ਨ ਸਕੇ ਕਾਲ। ਜਿਹੜਾ ਬੰਦਾ ਰੱਬ ਦਾ ਨਾਮ ਸੁਣਦਾ ਹੈ, ਮੌਤ ਨਹੀਂ ਉਹਦੇ ਲਾਗੇ ਆ ਸਕਦੀ। ਬੜੀਆਂ ਕੋਈ 20 ਤੋਂ ਵੱਧ ਵਡਿਆਈਆਂ ਪਰਮੇਸ਼ਰ ਦੇ ਨਾਮ ਸੁਣਦੀਆਂ ਇਹਨਾਂ 4 ਪੌੜੀਆਂ 'ਚ ਮਾਰਨੇ ਅੰਗਤ ਕੀਤੀਆਂ ਨੇ। ਵੇਖੋ, ਇੰਨੀਆਂ ਵਡਿਆਈਆਂ, ਇੰਨੀਆਂ ਖੂਬੀਆਂ, ਇੰਨੀਆਂ ਪ੍ਰਾਪਤੀਆਂ ਇੱਕ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਹੀ ਹੁੰਦੀਆਂ ਨੇ। ਸਾਹਿਬ ਕਹਿਣ ਲੱਗੇ, ਸੁਣਿਆ ਪੋ ਨ ਸਕੇ ਕਾਲ। ਤੂੰ ਪਰਮੇਸ਼ਰ ਦਾ ਨਾਮ ਸੁਣਦਾ ਜਾ, ਮੌਤ ਤੈਨੂੰ ਨਹੀਂ ਮਾਰੇਗੀ, ਤੂੰ ਮੌਤ ਤੋਂ ਵੀ ਬਚ ਜਾਏਗਾ। ਤੇ ਵੱਡੀ ਗੱਲ ਹੈ, ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਮਾਰਗ ਨੇ ਨਾਨਕ ਭਗਤਾਂ ਸਦਾ ਵਿਗਾਸ। ਆਨੰਦ ਅਵਸਥਾ
ਜਿਹੜੀ ਧਰਤੀ ਤੇ ਕਿਸੇ ਨੂੰ ਵੀ ਨਹੀਂ ਪ੍ਰਾਪਤ ਹੋ ਸਕਦੀ। ਅੱਜ ਦੁਨੀਆ ਦੇ ਮਨ ਜਿਹੜੇ ਨੇ ਨਾ ਕਲੇਸ਼ ਨਾਲ ਭਰ ਗਏ ਨੇ। ਸਰੀਰ ਉਹਨਾਂ ਰੋਗੀ ਨਹੀਂ ਹੈ ਜਿੰਨਾ ਮਨ ਰੋਗੀ ਹੋ ਚੁੱਕਾ ਹੈ। ਸਰੀਰ ਉਹਨਾਂ ਨਾਲ ਸਰੀਰ ਵਿੱਚ ਇੰਨੇ ਰੋਗ ਨਹੀਂ ਹੈ ਜਿੰਨੇ ਮਨ ਵਿੱਚ ਰੋਗ ਨੇ। ਤੇ ਮਨ ਕਲੇਸ਼ਾਂ ਦੇ ਨਾਲ ਭਰਿਆ ਪਿਆ ਤੇ ਲੋਕੀ ਉਹਨਾਂ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ ਫਿਰ ਯਤਨ ਵੀ ਕਰਦੇ ਨੇ। ਕੋਈ ਸ਼ਰਾਬ ਪੀ ਲੈਂਦਾ ਹੈ, ਕੋਈ ਗੀਤ ਟੱਪੇ ਸੁਣ ਲੈਂਦਾ ਹੈ, ਤੇ ਕੋਈ ਧਾਰਮਿਕ ਆਸ਼ਰਮਾਂ ਤੇ ਜਾ ਕੇ ਨੱਚ ਟੱਪ ਕੇ ਮਨ ਦਾ ਕਲੇਸ਼ ਦੂਰ ਕਰਨਾ ਚਾਹੁੰਦਾ। ਮਨ ਕਲੇਸ਼ ਨਾਲ ਭਰਿਆ ਪਿਆ ਹੈ। ਆ ਛੋਟੀਆਂ ਛੋਟੀਆਂ ਗੱਲਾਂ ਦੇ ਪਿੱਛੇ ਜਿਹੜੇ ਅਸੀਂ ਕੌਮੀ ਝਗੜੇ ਖੜੇ ਕਰ ਲੈਂਦੇ ਹਾਂ, ਕਾਰਨ ਹੈ ਕਿ ਸਾਡਾ ਮਨ ਕਲੇਸ਼ ਨਾਲ ਭਰਿਆ ਪਿਆ ਹੈ। ਇਹ ਮੌਕਾ ਹੀ ਚਾਹੁੰਦਾ ਹੈ ਬਸ ਉਸ ਕਲੇਸ਼ ਨੂੰ ਪ੍ਰਗਟ ਕਰਨ ਦਾ, ਕਿਉਂਕਿ ਭਰਿਆ ਜੂ ਪਿਆ ਕਲੇਸ਼ ਦੇ ਨਾਲ। ਹੁਣ ਸਿਲੰਡਰ ਭਰਿਆ ਪਿਆ ਗੈਸ ਨਾਲ, ਉਹਨੂੰ ਮਾੜਾ ਜਿਹਾ ਲਾਈਟਰ ਜਿਹਾ ਲਾ ਦਿਓ ਤੂੰ ਬਲ ਪੈਂਦਾ। ਤੇ ਜੇ ਉਹਦੇ 'ਚ ਗੈਸ ਨਾ ਹੋਵੇ, ਜਿੰਨਾ ਮਰਜ਼ੀ ਲਾਈਟਰ ਜਿਹਾ ਲਾਈ ਜੋ, ਚੁੱਲ੍ਹਾ ਚੱਲਦਾ ਹੀ ਨਹੀਂ ਹੈ, ਜਗਦਾ ਹੀ ਨਹੀਂ ਗਾ। ਮਨ ਵਿੱਚ ਕਲੇਸ਼, ਮਨ ਕਲੇਸ਼ ਨਾਲ ਭਰਿਆ ਹੈ, ਮਨ ਕ੍ਰੋਧ ਨਾਲ ਭਰਿਆ ਪਿਆ। ਤੇ ਮਾੜੀ ਜੀ ਕੋਈ ਗੱਲ ਕਹਿ ਦਿਓ ਉਸ ਵੇਲੇ ਭਾਂਬੜ ਮੱਚ ਜਾਂਦੇ ਨੇ। ਮਨ ਵਿੱਚ ਕੋਈ ਕਲੇਸ਼ ਨਹੀਂ ਹੈ, ਮਨ ਵਿੱਚ ਕੋਈ ਦਵੈਸ਼ ਨਹੀਂ ਹੈ, ਮਨ ਕੋਈ ਦੁਖੀ ਨਹੀਂ ਹੈ। ਤੇ ਗੁਰੂ ਤੇਗ ਬਹਾਦਰ ਉੱਤੇ ਗੋਲੀ ਵੀ ਚੱਲ ਗਈ ਤਾਂ ਵੀ ਗੁਰੂ ਤੇਗ ਬਹਾਦਰ ਸ਼ਾਂਤ ਬੈਠੇ ਰਹੇ। ਤੇ ਜਦੋਂ ਬੰਦੇ ਦਾ ਮਨ ਕਲੇਸ਼ ਨਾਲ ਭਰ ਜਾਂਦਾ ਫਿਰ ਲੜਨ ਦੇ ਬਹਾਨੇ ਲੱਭਦਾ ਏ। ਦੁਨੀਆਦਾਰ ਤੇ ਲੜਦਾ ਹੀ ਲੜਦਾ, ਫਿਰ ਧਾਰਮਿਕ ਬੰਦੇ ਵੀ ਧਰਮ ਦੇ ਮਸਲੇ ਖੜੇ ਕਰਕੇ ਫਿਰ ਉਹ ਵੀ ਲੜਦੇ ਨੇ। ਹਾਲਾਂਕਿ ਧਰਮੀ ਬੰਦੇ ਨੂੰ ਲੜਾਈ ਝਗੜਾ ਸੋਭਾ ਨਹੀਂ ਦਿੰਦਾ, ਪਰ ਮਨ ਕਲੇਸ਼ ਨਾਲ ਭਰਿਆ ਪਿਆ, ਇਸ ਕਰਕੇ ਧਰਮੀ ਬੰਦਾ ਵੀ ਲੜਦਾ ਹੈ। ਸਾਹਿਬ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਅਗਰ ਸਾਹਿਬ ਜੀ ਕਹਿੰਦੇ ਅਗਰ ਤੂੰ ਨਾਮ ਸੁਣਦਾ ਗਿਆ ਤੇ ਤੇਰੇ ਮਨ ਵਿੱਚ ਆਨੰਦ ਪੈਦਾ ਹੋ ਜਾਣਾ ਹੈ, ਤੇਰੇ ਮਨ ਵਿੱਚੋਂ ਕਲੇਸ਼ ਨਿਕਲ ਜਾਣਾ ਹੈ, ਕ੍ਰੋਧ ਨਿਕਲ ਜਾਣਾ ਹੈ, ਝਗੜਾ ਨਿਕਲ ਜਾਣਾ ਹੈ। ਤੇ ਇਸ ਨਾਮ ਦੀ ਬਰਕਤ ਦਾ ਸਦਕਾ ਪਰਮੇਸ਼ਰ ਦਾ ਨਾਮ ਜਦੋਂ ਮਨ ਵਿੱਚ ਵਸ ਗਿਆ ਨਾ, ਤੇ ਨਾਨਕ ਭਗਤਾ ਸਦਾ ਵਿਗਾਸ। ਜੋ ਧਰਤੀ ਤੋਂ ਮਿਲ ਨਹੀਂ ਸਕਦਾ ਆਨੰਦ, ਵਿਗਾਸ। ਇਹ ਜਿਹੜੇ ਅਸੀਂ ਆਨੰਦ ਲੈਂਦੇ ਹਾਂ, ਜਿਹੜੇ ਅਸੀਂ ਵਿਗਾਸ ਵਿੱਚ ਜੀਨੇ ਆ, ਇਹ ਥੋੜ ਚਰੇ ਨੇ। ਇਹ ਜਿਹੜੇ ਆਨੰਦ ਮੁੜ ਕੇ ਦੁੱਖ ਵਿੱਚ ਬਦਲ ਜਾਂਦੇ ਨੇ। ਇਹ ਜਿਹੜੇ ਸਾਡੇ ਸੁੱਖ ਨੇ ਦੁਨਿਆਵੀ, ਇਹ ਦੁੱਖ ਵਿੱਚ ਬਦਲ ਜਾਂਦੇ ਨੇ। ਤੇ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਵਿੱਚ ਆਨੰਦ ਪੈਦਾ ਹੋ ਜਾਣਾ, ਉਹ ਮੁੜ ਕੇ ਦੁੱਖ ਵਿੱਚ ਨਹੀਂ ਬਦਲਦਾ। ਤਾਂ ਹੀ ਉਹ ਕਿਹਾ ਨਾਨਕ ਭਗਤਾ ਸਦਾ। ਇਹ ਗਰੰਟੀ ਦਿੱਤੀ ਆ ਕਿ ਇਹ ਜਿਹੜਾ ਵਿਗਾਸ ਵਾ, ਜਿਹੜਾ ਪਰਮੇਸ਼ਰ ਦੇ ਨਾਮ ਸੁਣਨਾ ਆਨੰਦ ਪੈਦਾ ਹੁੰਦਾ, ਇਹ ਸਦੀਵੀ ਰਹਿੰਦਾ ਹੈ। ਇਹ ਨਹੀਂ ਹੈ ਕਿ ਥੋੜਾ ਸਮਾਂ ਰਹੂਗਾ ਤੇ ਮੁੜ ਕੇ ਫਿਰ ਬੰਦਾ ਕਲੇਸ਼ ਵਿੱਚ ਜੀਵੇਗਾ। ਸਾਹਿਬ ਕਹਿੰਦੇ ਨਹੀਂ, ਜਿਹਦਾ ਮਨ ਆਨੰਦ ਨਾਲ ਇੱਕ ਵਾਰੀ ਭਰ ਗਿਆ ਨਾ, ਨਾਮ ਸੁਣ ਕੇ, ਮੁੜ ਕੇ ਆਨੰਦ ਬਣਿਆ ਹੀ ਰਹਿਣਾ ਹੈ। ਤੇ ਸਾਹਿਬ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ। ਪਾਪ ਜਿਹੜੇ ਨੇ ਮਨ ਵਿੱਚ ਰਹਿੰਦੇ ਨੇ, ਦੁੱਖ ਜਿਹੜੇ ਨੇ ਉਹ ਸਰੀਰ ਵਿੱਚ ਹੁੰਦੇ ਨੇ। ਤੇ ਸਾਹਿਬ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪੀ ਬੰਦੇ ਨੂੰ ਪਾਪ ਬੜਾ ਚੰਗਾ ਲੱਗਦਾ ਹੈ। ਪਰ ਮਾਰ ਕਹਿੰਦੇ ਅਗਰ ਕੋਈ ਉਹ ਪਾਪੀ ਬੰਦਾ ਪਰਮੇਸ਼ਰ ਦਾ ਨਾਮ ਸੁਣੇ, ਅਜਾਮਲ ਪਾਪੀ ਜਗ ਜਾਣੇ। ਏਡਾ ਵੱਡਾ ਪਾਪੀ ਜੈਮਲ, ਜਦੋਂ ਉਹ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੇ ਪਾਰਾ।
ਕਹਿਣ ਲੱਗੇ ਬੰਦਿਆ, ਜੇ ਪਰਮੇਸ਼ਰ ਦਾ ਨਾਮ ਸੁਣ ਕਰਕੇ ਗਣਕਾਂ ਦਾ ਉਦਾਰ ਹੋ ਗਿਆ, ਜੈਮਲ ਉਧਰ ਗਿਆ ਵਾ, ਬੜੇ ਬੜੇ ਪਾਪੀ ਤਰ ਗਏ ਨੇ, ਤੇ ਜੇ ਤੂੰ ਵੀ ਕਿਤੇ ਰੱਬ ਅੱਗੇ ਹੱਥ ਪੱਲਾ ਜੋੜੇ, ਪਰਮੇਸ਼ਰ ਦਾ ਨਾਮ ਸੁਣੇ, ਤੇ ਤੇਰਾ ਵੀ ਭਲਾ ਹੋ ਜਾਊਗਾ। ਮਰ ਕਹਿੰਦੇ ਨਾਨ ਸੁਣਿਆ ਦੁਖ ਪਾਪ ਕਾ ਨਾਸ, ਮਨ ਪਾਪਾਂ ਨਾਲ ਭਰਿਆ ਪਿਆ ਵਾ। ਤੇ ਜਿੱਥੇ ਆਸਾ ਦੀ ਵਾਰ ਸੁਣੀ ਗਈ, ਸੁਖਮਨੀ ਸਾਹਿਬ ਦਾ ਪਾਠ ਸੁਣਿਆ ਗਿਆ, ਤੇ ਇਹ ਮਹਾਰਾਜ ਕਹਿੰਦੇ ਖਤਮ ਹੋ ਜਾਣਗੇ। ਜਿੱਦਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਦੁਨੀਆ ਦੀ ਪ੍ਰੀਤ ਝੂਠੀ ਆ, ਦੁਨੀਆ ਦੀ ਪ੍ਰੀਤ ਝੂਠੀ ਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ, ਤੇ ਕਹਿਣ ਲੱਗੇ ਫਿਰ ਰੱਬ ਨਾਲ ਪ੍ਰੀਤ ਕਿਸ ਤਰ੍ਹਾਂ ਪਾਈਏ? ਜੇ ਦੁਨੀਆ ਦੀ ਪ੍ਰੀਤ ਝੂਠੀ ਪ੍ਰੀਤ ਹੈ, ਜਗਤ ਝੂਠਾ ਹੈ, ਜਗ ਦੀ ਰੀਤ ਤੇ ਪ੍ਰੀਤ ਝੂਠੀ ਹੈ, ਫਿਰ ਪਰਮੇਸ਼ਰ ਨਾਲ ਪ੍ਰੀਤ ਕਿਵੇਂ ਪਾਈਏ? ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ। ਸਾਹਿਬ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤਾ, ਧੀਆਂ ਪੁੱਤਰਾਂ ਨਾਲ ਪ੍ਰੀਤ ਪੈ ਜਾਂਦੀ ਆ, ਇਸਤਰੀ ਨਾਲ ਪ੍ਰੀਤ ਪੈ ਜਾਂਦੀ ਆ, ਭੈਣਾਂ ਭਰਾਵਾਂ ਨਾਲ ਪ੍ਰੀਤ ਹੁੰਦੀ ਆ, ਮਾਇਆ ਨਾਲ ਪ੍ਰੀਤ ਹੁੰਦੀ ਆ, ਰੱਬ ਨਾਲ ਪ੍ਰੀਤ ਕਿਵੇਂ ਪਵੇ? ਹੁਣ ਭੈਣ ਵਾ, ਭਰਾ ਵਾ, ਇਸਤਰੀ ਆ, ਬੱਚੇ, ਉਹਨਾਂ ਨਾਲ ਪ੍ਰੀਤ ਆ ਸਾਡੀ, ਕਿਉਂਕਿ ਹੈਗੇ ਨੇ। ਤੇ ਰੱਬ ਨਾਲ ਪ੍ਰੀਤ ਕਿਵੇਂ ਪੈ ਸਕਦੀ ਆ? ਜੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਜੇ ਤੁਸੀਂ ਰੱਬ ਦੀ ਪ੍ਰੀਤ ਚਾਹੁੰਦੇ ਜੇ ਤਾਂ ਰੇ ਮਨ ਰਾਮ ਸਿਉ ਕਰ ਪ੍ਰੀਤਾ। ਕਿਸ ਤਰ੍ਹਾਂ? ਸਰਵਣੀ ਗੋਬਿੰਦ ਗੁਣ ਸੁਣੋ, ਕਹਿੰਦੇ ਕੁਛ ਨਹੀਂ ਕਰਨਾ, ਤੂੰ ਆਪਣੇ ਕੰਨਾਂ ਦੇ ਨਾਲ ਰੱਬ ਦੇ ਗੀਤ ਸੁਣਿਆ। ਸਰਵਣੀ ਗੋਬਿੰਦ ਗੁਣ ਸੁਣੋ, ਰੋਜ਼ ਤੂੰ ਆਸਾ ਦੀ ਵਾਰ ਸੁਣਿਆ ਕਰ, ਰੋਜ਼ ਤੂੰ ਕਥਾ ਸੁਣਿਆ ਕਰ। ਰੇ ਮਨ ਰਾਮ ਸਿਉ ਕਰ ਪ੍ਰੀਤਾ, ਸਰਵਣ ਗੋਬਿੰਦ ਗੁਣ ਸੁਣੋ, ਅਰ ਗਾਵੋ ਰਸਨਾ ਗੀਤਾ। ਕਹਿੰਦੇ ਇੱਕ ਤੇ ਰੱਬ ਦਾ ਨਾਮ ਸੁਣਿਆ ਕਰ, ਦੂਜਾ ਰਸਨਾ ਨਾ ਗਾਇਆ ਕਰ, ਤੇ ਤੀਸਰਾ ਕਰ ਸਾਧ ਸੰਗਤ ਸਿਮਰ ਮਾਧੋ। ਕਿਤੇ ਸਾਧੂਆਂ ਦੀ ਸੰਗਤ ਕਰਿਆ ਕਰ ਜੇ ਤੂੰ ਰੱਬ ਦੀ ਪ੍ਰੀਤ ਚਾਹੁੰਦਾ ਹੈ ਨਾ। ਕੱਲ ਵੀ ਕਿਹਾ ਨੇ ਵੀ ਜੇ ਤੁਸੀਂ ਗੁਣ ਚਾਹੁੰਦੇ ਹੋ ਤੇ ਸਾਹਿਬ ਨੇ ਆਖਿਆ ਸੀ ਕਿ ਗੁਰ ਸਾਧੂ ਸੰਗਤ ਮਿਲੇ। ਗੁਰੂ ਕੋਲੋਂ ਗੁਣ ਮਿਲਣੇ ਨੇ, ਸਾਧੂ ਕੋਲੋਂ ਗੁਣ ਮਿਲਣੇ ਨੇ, ਸੰਗਤ ਵਿੱਚੋਂ ਗੁਣ ਮਿਲਣੇ ਨੇ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਰ ਸਾਧ ਸੰਗਤ, ਸਾਧ ਸੰਗਤ ਕਰਿਆ ਕਰ, ਤੂੰ ਗੁਰਦੁਆਰੇ ਬੈਠਿਆ ਕਰ, ਤੂੰ ਜਿੱਥੇ ਰੱਬ ਦੇ ਨਾਮ ਦੀ ਕੋਈ ਗਿਆਨ ਗੋਸ਼ਟ ਹੋ ਰਹੀ ਹੈ ਤੂੰ ਉੱਥੇ ਬੈਠਿਆ ਕਰ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪਨੀਦਾ। ਸਰਵਣੀ ਗੋਬਿੰਦ ਗੁਣ ਸੁਣੋ, ਕੰਨਾਂ ਦੇ ਨਾਲ ਪਰਮੇਸ਼ਰ ਦੇ ਗੁਣ ਸੁਣੋ, ਰਸਨਾ ਨਾਲ ਗੀਤ ਗਾਓ, ਸਾਧ ਸੰਗਤ 'ਚ ਬਹਿ ਜਾਓ। ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਫਿਰ ਤੈਨੂੰ ਉਸ ਅਬਨਾਸੀ ਪਰਮੇਸ਼ਰ ਦੀ ਪ੍ਰੀਤ ਪ੍ਰਾਪਤ ਹੋ ਜਾਏਗੀ। ਗੱਲ ਹੀ ਹਰਨ ਇਹੋ ਨਾ ਹੋਏ, ਗੱਲਾਂ ਨਾਲ ਥੋੜਾ ਰੱਬ ਦੀ ਪ੍ਰੀਤ ਮਿਲਣੀ ਆ। ਨਾ ਨਾ ਨਾ, ਇਹ ਤੇ ਕੁਛ ਕਰਨਾ ਪੈਣਾ ਤਾਂ ਰੱਬ ਦੀ ਪ੍ਰੀਤ ਮਿਲਣੀ ਆ। ਸਿੱਧੀ ਪ੍ਰੀਤ ਨਹੀਂ ਮਿਲਣੀ, ਫ੍ਰੀ ਵਿੱਚ ਪ੍ਰੀਤ ਨਹੀਂ ਮਿਲਣੀ। ਗੱਲ ਹੀ ਹਰਨ ਇਹੋ ਨਾ ਹੋਈ। ਤੇ ਧੰਨ ਗੁਰੂ ਨਾਨਕ ਸਾਹਿਬ ਕੇ ਕਹਿ ਰਹੇ ਨੇ ਸਿੱਧਾਂ ਨੂੰ ਕਿ ਨਾਨਕ ਭਗਤਾਂ ਸਦਾ ਵਿਗਾਸ। ਕਿਸ ਤਰ੍ਹਾਂ ਹੁੰਦਾ ਸੁਣਿਆ ਦੁੱਖ ਪਾਪ ਕਾ ਨਾਸ। ਕਹਿਣ ਲੱਗੇ ਹੋਰ ਰੱਬ ਦਾ ਨਾਮ ਸੁਣਨ ਦੇ ਨਾਲ ਹੋਰ ਕੀ ਕੀ ਹੁੰਦਾ ਹੈ? ਕਹਿੰਦੇ ਸੁਣਿਆ ਮੁਖ ਸਲਾਹਿਣ ਮਨ ਦਾ। ਜਿਹੜਾ ਸਾਡਾ ਅੰਦਰ ਮੰਦਾ ਸੁਭਾਅ ਹੈ ਨਾ, ਗੰਦਾ ਸੁਭਾਅ ਹੈ ਨਾ,
ਸਾਹਿਬ ਕਹਿੰਦੇ ਇਹ ਵੀ ਬਦਲ ਜਾਊਗਾ ਜੇ ਤੂੰ ਰੱਬ ਦਾ ਨਾਮ ਸੁਣਦਾ ਰਹੋ ਤਾਂ। ਤੇ ਤੈਨੂੰ ਸਰੀਰ ਦਾ ਵੀ ਪਤਾ ਲੱਗ ਜਾਊਗਾ, ਤਨ ਭੇਦ। ਰੱਬ ਦੇ ਨਾਮ 'ਚ ਬੜੀਆਂ ਬਰਕਤਾਂ ਨੇ। ਕੋਈ ਸੁਣ ਲਵੇ ਜਾਂ ਜਪ ਲਵੇ ਜਾਂ ਸਾਧ ਸੰਗਤ 'ਚ ਬਹਿ ਜੇ, ਇਹ ਸਾਰੀਆਂ ਬਰਕਤਾਂ ਹੀ ਬਰਕਤਾਂ ਨੇ, ਸਾਰੀਆਂ ਰਹਿਮਤਾਂ ਹੀ ਰਹਿਮਤਾਂ ਨੇ ਰੱਬੀ। ਤੇ ਮਰ ਕਹਿੰਦੇ ਜਿਹੜਾ ਰੱਬ ਦਾ ਨਾਮ ਸੁਣਦੇ ਨਾ, ਸੁਣਿਆ ਸੱਤ, ਉਹ ਵਿਅਕਤੀ ਆਚਰਣਹੀਣ ਨਹੀਂ ਹੁੰਦੇ ਤੇ ਉਹਨਾਂ ਦੇ ਕੋਲ ਸੰਤੋਖ ਵੀ ਹੁੰਦਾ ਹੈ। ਸੁਣਨ ਵਾਲਿਆਂ ਦੇ ਕੋਲ ਸੁਣਿਆ ਸੱਤ, ਸੰਤੋਖ। ਤੇ ਸਿੱਧਾ ਨੇ ਆਖਿਆ ਵੀ ਹੋਰ ਸੁਣਨ ਦੇ ਨਾਲ ਕੀ ਹੁੰਦਾ ਹੈ? ਕਹਿੰਦੇ ਨੇ ਗਿਆਨ। ਸੁਣਿਆ ਸਤ ਸੰਤੋਖ ਗਿਆਨ। ਸੁਣੇ 68 ਕਾ ਇਸ਼ਨਾਨ। ਜਿਹੜਾ ਸੁਖਮਨੀ ਸਾਹਿਬ ਦਾ ਪਾਠ ਸੁਣ ਲਏ, ਜਿਹੜਾ ਆਸਾ ਦੀ ਵਾਰ ਸੁਣ ਲਵੇ, ਜਿਹੜਾ ਗੁਰੂ ਕੀ ਕਥਾ ਸੁਣ ਲਏ, ਉਹਦਾ ਘਰ ਬੈਠਿਆਂ ਹੀ ਇਸ਼ਨਾਨ ਹੋ ਜਾਂਦਾ। ਤੀਰਥਾਂ ਤੇ ਜਾਣ ਦੀ ਲੋੜ ਹੀ ਕੋਈ ਨਹੀਂ ਹੈ ਉਸ ਨੂੰ। ਤੀਰਥਾਂ ਤੇ ਧੱਕੇ ਖਾਣ ਦੀ ਲੋੜ ਹੀ ਕੋਈ ਨਹੀਂ ਹੈ। ਸਾਹਿਬ ਕਹਿੰਦੇ ਸੁਣੈ 68 ਕਾ ਇਸ਼ਨਾਨ। ਘਰ ਬੈਠਿਆਂ ਇਸ਼ਨਾਨ ਹੋ ਜਾਂਦਾ ਹੈ। ਘਰ ਬੈਠੇ ਹੀ ਮਨ ਸਾਫ਼ ਹੋ ਜਾਂਦਾ ਹੈ ਜੇ ਰੱਬ ਦੇ ਨਾਮ ਨਾਲ ਜੁੜ ਜੇ। ਤੇ ਜੇ ਤੀਰਥਾਂ ਤੇ ਜਾ ਕੇ ਵੀ ਨਹੀਂ ਜੁੜਿਆ ਰੱਬ ਦੇ ਨਾਮ ਨਾਲ, ਇਹ ਉੱਥੋਂ ਮੈਲ ਲਾ ਕੇ ਨਹੀਂ ਆਏਗਾ, ਉੱਥੇ ਜਾ ਕੇ ਮੈਲ ਲੈ ਕੇ ਆਵੇਗਾ। ਇੱਕ ਭਾਉ ਲੱਥੀ ਨਾਤਿਆਂ, ਦੋ ਪਾ ਚੜੀਏ ਸਹੋਰ। ਤੇ ਸਿੱਧ ਕਹਿਣ ਲੱਗੇ ਹੋਰ ਕੀ ਹੁੰਦਾ ਹੈ? ਸੁਣਿਆ ਪੜ ਪੜ ਪਾਵੇ ਮਾਣ। ਤੁਹਾਨੂੰ ਵੀ ਮਾਣ ਦੁਨੀਆ ਦਿੰਦੀ ਆ। ਰੱਦੀਆਂ ਸਿੱਧੀਆਂ ਕਰਾਮਾਤਾਂ ਤੁਹਾਡੇ ਕੋਲ ਨੇ। ਸਾਹਿਬ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਸੁਣਦਾ ਉਹਨੂੰ ਵੀ ਮਾਣ ਬੜਾ ਮਿਲਦਾ ਜੇ। ਤੇ ਵੱਡੀ ਗੱਲ ਜਿਹੜੀ ਹੈ ਨਾ, ਇੱਕ ਤੇ ਆਨੰਦ ਆ ਜਾਂਦਾ ਹੈ ਪਰਮੇਸ਼ਰ ਦਾ ਨਾਮ ਸੁਣ। ਕਈ ਕਹਿੰਦੇ ਕਥਾ ਸੁਣਿਆ ਬੜਾ ਆਨੰਦ ਆਇਆ, ਆਸਾ ਦੀ ਵਾਰ ਸੁਣੀ ਬੜਾ ਆਨੰਦ ਆਇਆ। ਤੇ ਮਹਾਰਾਜ ਕਹਿੰਦੇ ਇਸ ਤੋਂ ਇਲਾਵਾ ਵੀ ਕੁਝ ਹੋਰ ਵੀ ਮਿਲ ਜਾਂਦਾ ਜੇ। ਨਾਨਕ ਭਗਤਾਂ ਸਦਾ ਵਿਗਾਸ। ਤੇ ਮਹਾਰਾਜ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ। ਬੰਦਾ ਧੀਰਜਵਾਨ ਹੋ ਜਾਂਦਾ ਹੈ। ਜਿਹੜਾ ਪਰਮੇਸ਼ਰ ਦਾ ਨਾਮ ਸੁਣਦਾ ਨਾ ਬੰਦਾ, ਉਹ ਕਾਹਲੀ 'ਚ ਨਹੀਂ ਜ਼ਿੰਦਗੀ ਬਤੀਤ ਕਰਦਾ, ਬੜਾ ਸਹਿਜ ਵਿੱਚ ਵਿਚਰਦਾ ਫਿਰ ਉਹ। ਤੇ ਸੁਣਿਆ ਲਾਗੇ ਸਹਿਜ ਧਿਆਨ। ਇੱਥੋਂ ਤੱਕ ਸਾਡੀ ਗੱਲ ਗਈ ਹੋਈ ਸੀ। ਅੱਜ ਜਿਹੜੀ ਅਸੀਂ ਪੌੜੀ ਲਈ ਹੋਈ ਆ, 11ਵੀਂ ਪੌੜੀ ਦੀ ਦੂਸਰੀ ਲਾਈਨ ਵਾ। ਉਹ ਪਹਿਲੀ ਤੁਕ ਸੀ ਮਹਾਰਾਜ ਦੀ ਕਿ ਸੁਣਿਆ ਸਰਾਂ ਗੁਣਾ ਕੇ ਗਾ। ਕੱਲ ਵੀ ਕੋਈ ਕਹਿ ਰਹੇ ਸੀ ਵੀ ਬਾਬਾ ਜੀ ਤੁਸੀਂ ਪਹਿਲੋਂ ਤੇ ਕਹਾਣੀਆਂ ਸੁਣਾਉਂਦੇ ਰਹੇ ਤੇ ਹੁਣ ਬਾਣੀ ਦੀ ਕਥਾ ਕਰਨ ਲੱਗੇ ਜੇ, ਹੁਣ ਕੰਮ ਠੀਕ ਵਾ। ਉਹ ਮੈਂ ਕਿਹਾ ਮੇਰੇ ਕੋਲ ਆਉਂਦੇ ਕਹਾਣੀਆਂ ਸੁਣਨ ਵਾਲੇ ਤੇ ਮੈਂ ਤਾਂ ਕਹਾਣੀਆਂ ਸੁਣਾਉਂਦਾ ਰਿਹਾ ਫਿਰ। ਤੇ ਇਹ ਤੇ ਹੁਣੇ ਸੋਚਿਆ ਵੀ ਚਲੋ ਮਹਾਰਾਜ ਦੀ ਬਾਣੀ ਦੀ ਕਥਾ ਕਰੀਏ। ਸਾਹਿਬ ਨੇ ਕੱਲ ਕਿਹਾ ਸੀ ਕਿ ਸੁਣਿਆ ਸਰਾਂ ਗੁਣਾ ਕੇ ਗਾ। ਇੱਥੋਂ ਤੱਕ ਆਪਾਂ ਬੜੀ ਖੁੱਲ੍ਹ ਕੇ ਵਿਆਖਿਆ ਕੀਤੀ ਇਸ ਦੀ। ਹੁਣ ਨਹੀਂ ਲੋਕ ਇਸ ਦੀ ਵਿਆਖਿਆ ਕਰਨੀ। ਜੇ ਕਰਨ ਲੱਗ ਪਈ ਤੇ ਫੇਰ ਇਸੇ 'ਚ ਕਹਾਣੀ ਤੁਰ ਜਾਣੀ। ਫੇਰ ਅੱਜ ਰਹਿ ਗਿਆ ਥੋੜਾ ਸਮਾਂ। ਅੱਜ ਦੀ ਤੁਕ ਹੈ ਸੁਣਿਆ ਸੇਖ ਪੀਰ ਪਾਤਸ਼ਾਹ। ਮਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਸੁਣਦੇ ਆ ਨਾ, ਸ਼ੇਖ ਜਿਹਨੂੰ ਅਸੀਂ ਕਹਿੰਦੇ ਨਾ ਸਰਦਾਰ, ਸ਼ੇਖ ਮਾਣੇ ਵੱਡਾ। ਇਹ ਕੱਲ ਮੈਂ ਪਿਆ ਕਿ ਸ਼ੇਖ ਤੇ ਪੀਰ ਤੇ ਪਾਤਸ਼ਾਹ ਸੁਣਿਆ। ਸ਼ੇਖ, ਪੀਰ, ਪਾਤਸ਼ਾਹ, ਇਹ ਤਿੰਨੇ ਪਦਵੀਆਂ ਪੂਜਣਯੋਗ ਨੇ। ਇਹ ਪੂਜੀਆਂ ਜਾਂਦੀਆਂ ਨੇ ਧਰਤੀ ਤੇ। ਵੱਡਿਆਂ ਨੂੰ ਪੂਜਿਆ ਜਾਂਦਾ ਹੈ। ਉਹ ਵੱਡਾ ਮਾਇਆ ਕਰਕੇ ਹੋਵੇ। ਕੌਣ ਵੱਡਾ? ਮਾਇਆ ਵਡਿਆਈ। ਧਨ ਪੂਜਿਆ ਜਾਂਦਾ ਹੈ ਤੇ ਜਿਹਦੇ ਕੋਲ ਹੋਵੇ ਧਨਵਾਨ ਵੀ ਪੂਜਿਆ ਜਾਂਦਾ ਹੈ। ਤਾਂ ਇਹ ਤਾਂ ਲੋਕੀ ਧਨ ਇਕੱਠਾ ਕਰਦੇ ਨੇ ਕਿ ਸਾਡੀ ਪੂਜਾ ਹੋਊਗੀ। ਸਾਹਿਬ ਕਹਿੰਦੇ ਕੌਣ ਵੱਡਾ? ਕਿਸ ਨੂੰ ਵੱਡਾ ਮੰਨਦੇ ਹੋ? ਮਾਇਆ ਵਡਿਆਈ। ਧਨ ਵੱਧ ਗਿਆ ਤੇ ਪੂਜਾ ਹੋਣੀ ਸ਼ੁਰੂ ਹੋ ਗਈ। ਇਹਦਾ ਮਤਲਬ ਇਹ ਤੇਰੀ ਪੂਜਾ ਨਹੀਂ ਬੰਦਿਆ, ਤੇ ਧਨ ਦੀ ਪੂਜਾ ਹੋ ਰਹੀ ਹੈ।
ਇਹ ਤੈਨੂੰ ਨਹੀਂ ਪੂਜਿਆ ਜਾ ਰਿਹਾ, ਤੇਰੇ ਕੋਲ ਧਨ ਵਾ ਤਾਂ ਤੇਰੀ ਪੂਜਾ ਹੋ ਰਹੀ ਹੈ। ਤੈਨੂੰ ਨਹੀਂ ਪੁੱਛਿਆ ਜਾ ਰਿਹਾ, ਤੇਰੇ ਕੋਲ ਧਨ ਆ ਤਾਂ ਤੈਨੂੰ ਕੋਈ ਪੁੱਛਦਾ ਹੈ। ਆਂਦੇ ਨੇ ਘਰ ਵਿੱਚ ਮੂਰਖ ਦੀ ਪੂਜਾ ਹੁੰਦੀ ਆ, ਜਿਹੜਾ ਬੰਦਾ ਮਸਤਾਨਾ ਜਿਹਾ ਹੋਏ, ਕਿਉਂਕਿ ਸਾਰਿਆਂ ਨੇ ਉਹਦੇ ਕੋਲ ਕੰਮ ਲੈਣਾ ਹੁੰਦਾ ਹੈ। ਤੇ ਘਰ ਦੇ ਵਿੱਚ ਧਨਵਾਨ ਦੀ ਪੂਜਾ ਹੁੰਦੀ ਹੈ ਕਿ ਉਹਦੇ ਕੋਲ ਸਭ ਮੰਗ ਕੇ ਪੈਸਾ ਲੈਣਾ ਹੈ। ਸਾਹਿਬ ਕਹਿੰਦੇ ਕੌਣ ਵੱਡਾ ਹੈ? ਮੇਰੇ ਕੋਲ ਪੈਸਾ ਆ ਗਿਆ ਤੇ ਮੈਂ ਵੱਡਾ ਹੋ ਗਿਆ, ਜੇ ਪੈਸਾ ਮੇਰੇ ਕੋਲ ਮੁੱਕ ਗਿਆ ਤੇ ਮੈਂ ਛੋਟਾ ਹੋ ਗਿਆ। ਜੇ ਮੇਰੇ ਕੋਲ ਅਹੁਦਾ ਆ ਗਿਆ ਤੇ ਮੈਂ ਵੱਡਾ ਹੋ ਗਿਆ, ਜੇ ਅਹੁਦਾ ਨਹੀਂ ਰਿਹਾ ਤੇ ਮੈਂ ਸਾਬਕਾ ਬਣ ਗਿਆ। ਬੰਦਾ ਨਹੀਂ ਗਾ ਵੱਡਾ। ਕੌਣ ਵੱਡਾ ਹੈ? ਸਾਹਿਬ ਕਹਿੰਦੇ ਕੌਣ ਵੱਡਾ? ਮਾਇਆ ਵਡਿਆਈ। ਇਹ ਮਾਇਆ ਨੇ ਵਡਿਆਈ ਦਿੱਤੀ ਹੋਈ ਆ ਤਾਂ ਤੂੰ ਸ਼ੇਖ ਬਣਿਆ ਹੋਇਆ ਵਾ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੇ ਵਿਲਵ ਨਾ ਹੋਈ। ਸਾਹਿਬ ਕਹਿੰਦੇ ਜਿਹੜੀ ਤੈਨੂੰ ਮਾਇਆ ਰਾਹੀਂ ਵਡਿਆਈ ਮਿਲੀ ਹੋਈ ਹੈ, ਤੂੰ ਧਨਵਾਨ ਹੋ ਗਿਆ ਹੈ, ਤੇਰੀ ਪੂਜਾ ਹੋ ਗਈ ਹੈ, ਤੂੰ ਵੱਡਾ ਹੋ ਗਿਆ ਹੈ, ਤੂੰ ਸ਼ੇਖ ਹੋ ਗਿਆ ਹੈ। ਤੇ ਜਿੱਦਣ ਤੇਰੇ ਕੋਲ ਧਨ ਨਾ ਰਿਹਾ, ਫਿਰ ਤੈਨੂੰ ਕਿਸੇ ਨੇ ਸ਼ੇਖ ਨਹੀਂ ਕਹਿਣਾ, ਫਿਰ ਤੈਨੂੰ ਕਿਸੇ ਨੇ ਵੱਡਾ ਨਹੀਂ ਕਹਿਣਾ, ਸੇਠ ਜੀ ਨਹੀਂ ਕਹਿਣਾ। ਸਾਹਿਬ ਕਹਿੰਦੇ ਤੁਸੀਂ ਇਹ ਧਨ ਪ੍ਰਾਪਤ ਕਰਕੇ ਸ਼ੇਖ ਬਣਦੇ ਹੋ। ਕੌਣ ਵੱਡਾ? ਮਾਇਆ ਵਡਿਆਈ। ਸਾਹਿਬ ਕਹਿੰਦੇ ਅਸੀਂ ਕਿਸ ਨੂੰ ਵੱਡਾ ਮੰਨਦੇ ਆ? ਸੋ ਵੱਡਾ ਜਿਨ ਰਾਮ ਲਿਵ ਲਾਈ। ਕਹਿੰਦੇ ਅਸੀਂ ਤੇ ਉਸ ਨੂੰ ਸ਼ੇਖ ਮੰਨਦੇ ਆ ਜਿਹੜਾ ਰੱਬ ਦਾ ਨਾਮ ਸੁਣਦਾ ਹੈ। ਤੁਸੀਂ ਉਸ ਨੂੰ ਸ਼ੇਖ ਮੰਨਦੇ ਹੋ ਜਿਹਦੇ ਕੋਲ ਧਨ ਵਾ। ਤੇ ਸਾਹਿਬ ਨੇ ਕਿਹਾ ਭੂਮੀਆਂ ਭੂਮ ਉੱਪਰ ਨਿਤ ਲੂਜੇ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੇ। ਕਉ ਨਾਨਕੇ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੁਸੀਂ ਸ਼ੇਖ ਬਣਦੇ ਹੋ, ਤੁਸੀਂ ਵੱਡੇ ਬਣਦੇ ਹੋ, ਧਨ ਇਕੱਠਾ ਕਰਕੇ ਵੱਡੇ ਬਣਦੇ ਹੋ। ਸਾਹਿਬ ਕਹਿੰਦੇ ਸੁਣਿਆ ਸ਼ੇਖ ਜਿਹੜਾ ਰੱਬ ਦਾ ਨਾਮ ਸੁਣਦਾ ਬੰਦਾ ਛੋਟਾ ਨਹੀਂ ਹੁੰਦਾ, ਉਹ ਬਹੁਤ ਵੱਡਾ, ਉਹਨੂੰ ਬੜੀ ਵੱਡੀ ਵਡਿਆਈ ਮਿਲਦੀ ਹੈ ਰੱਬ ਵੱਲੋਂ, ਉਹ ਸ਼ੇਖ ਹੋ ਜਾਂਦਾ ਹੈ। ਪੀਰਾ, ਹੁਣ ਲੋਕੀ ਪੀਰਾਂ ਦੀ ਪੂਜਾ ਕਰਦੇ ਆ, ਜਿਹੜੇ ਕਬਰਾਂ 'ਚ ਬੈਠੇ ਹੋਏ ਪੀਰ ਨੇ, ਮੁਸਲਮਾਨਾਂ ਦੇ, ਸਿੱਖ, ਉਹਨਾਂ ਦੇ ਮੇਲੇ ਮਨਾਉਂਦੇ ਨੇ। ਕੱਲ ਪਰਸੋਂ ਵੀਰਵਾਰ ਲੰਘਿਆ ਏ, ਹਰ ਪਿੰਡ ਦੇ ਬਾਹਰ ਇੱਕ ਕਬਰ ਆ ਵੱਡੀ ਸਾਰੀ, ਤੇ ਵੀਰਵਾਰ ਵੱਡਾ ਮੇਲਾ ਲੱਗਦਾ ਹੈ ਕਬਰ ਦੇ ਉੱਤੇ ਹਰ ਪਿੰਡ 'ਚ। ਛੋਟੀਆਂ ਛੋਟੀਆਂ ਕਬਰਾਂ ਤੇ ਹਰੇਕ ਪਿੰਡ 'ਚ ਹੀ ਨੇ, ਪਰ ਹਰੇਕ ਪਿੰਡ 'ਚ ਇੱਕ ਵੱਡੀ ਕਬਰ ਵੀ ਹੈਗੀ ਜਿੱਥੇ ਵੀਰਵਾਰ ਸਾਰਾ ਪਿੰਡ ਹੀ ਜਾਂਦਾ ਹੈ। ਹਾਲਾਂਕਿ ਸਿੱਖ ਵੀ ਜਾਂਦੇ ਨੇ, ਬਾਣੀ ਨੂੰ ਮੱਥਾ ਟੇਕਣ ਵਾਲੇ, ਕੀਰਤਨ ਸੁਣਨ ਵਾਲੇ, ਗੁਰਦੁਆਰੇ ਆਉਣ ਵਾਲੇ ਵੀਰਵਾਰ ਤੇਲ ਲੈ ਕੇ ਜਾਂਦੇ ਨੇ ਕਬਰਾਂ ਦੇ ਉੱਤੇ, ਪੀਰਾਂ ਨੂੰ ਮੰਨਦੇ ਨੇ। ਪਤਾ ਨਹੀਂ ਕਿਉਂ ਅਸੀਂ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਾਹਰ ਹੋ ਗਏ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਗੋਰ ਮੜੀ ਮਟ ਭੂਲ ਨ ਮਾਨੇ। ਸਿੱਖਾ ਤੂੰ ਕਿਸੇ ਕਬਰ ਨੂੰ ਨਹੀਂ ਮੰਨਣਾ, ਤੂੰ ਕਿਸੇ ਪੀਰ ਨੂੰ ਨਹੀਂ ਮੰਨਣਾ। ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੇ। ਤੀਰ ਤਪ ਦਇਆ ਦਤ ਦਾਨ, ਤੂੰ ਇਸ ਚੱਕਰਾਂ 'ਚ ਨਹੀਂ ਪੈਣਾ। ਗੋਰ ਮੜੀ ਮੱਠ ਭੂਲ, ਇਹ ਭੁੱਲ ਨਹੀਂ ਕਰਨੀ। ਇਹ ਭੁੱਲ ਕੇ ਵੀ ਉਸ ਰਾਹ ਤੇ ਨਹੀਂ ਜਾਣਾ ਜਿਹੜਾ ਰਾਹ ਕਬਰਾਂ ਨੂੰ ਜਾਂਦਾ ਹੈ, ਜਿੱਥੇ ਪੀਰਾਂ ਦੀ ਪੂਜਾ ਹੁੰਦੀ ਹੈ। ਤੇ ਸਭ ਕਹਿੰਦੇ ਉਹ ਪੀਰ ਬਣ ਜਾਂਦਾ ਜਿਹੜਾ ਪਰਮੇਸ਼ਰ ਦਾ ਨਾਮ ਸੁਣਦਾ ਹੈ। ਸੁਣਿਆ ਸਿੱਧ ਸ਼ੇਖ ਪੀਰ, ਇਹ ਪੀਰ ਸ਼ਬਦ ਜਿਹੜਾ ਜਪਜੀ ਸਾਹਿਬ 'ਚ 2 ਵਾਰੀ ਆਉਂਦਾ ਹੈ, ਪਹਿਲਾਂ ਵੀ ਆਇਆ ਸੀ ਸੁਣਿਆ ਸਿੱਧ ਪੀਰ ਸੁਰਨਾਥ।
ਤੇ ਵੇਖੋ ਭਾਈ, 10ਵੇਂ ਪਾਤਸ਼ਾਹ ਨੇ ਇਹ ਮੜੀਆਂ ਮੱਟਾਂ ਕਬਰਾਂ ਤੋਂ ਮੋੜ ਕੇ ਸਾਨੂੰ ਰੱਬ ਨਾਲ ਜੋੜਿਆ ਸੀ ਕਿ ਤੁਸੀਂ ਕਬਰਾਂ ਦੀ ਪੂਜਾ ਨਾ ਕਰਿਓ ਜੇ, ਤੁਸੀਂ ਵੀਰਵਾਰ ਤੇਲ ਨਾ ਦੀਵੇ ਨਾ ਜਗਾਇਓ ਜੇ, ਪੂਜਾ ਅਕਾਲ ਕੀ ਕਰਿਆ ਜੇ। ਪਰ ਪਤਾ ਨਹੀਂ ਕਿਉਂ ਇਹ ਸਾਡੇ 'ਚੋਂ ਕਿੱਥੇ ਕਮੀ ਰਹਿ ਗਈ ਆ। ਸਾਡੀ ਕੌਮ ਜਿਹੜੀ ਉਹ ਕਬਰਾਂ ਨੂੰ ਕਿਉਂ ਪੂਜਣ ਲੱਗ ਪਈ ਆ। ਕੋਈ ਇੱਕ ਦੋ ਨਹੀਂ ਹੈ, ਕੋਈ ਇੱਕ ਦੋ ਨੂੰ ਛੱਡ ਕੇ ਬਹੁਤੇ ਕਬਰਾਂ ਨੂੰ ਪੂਜਦੇ ਨੇ। ਆ ਮੇਲੇ, ਆ ਜਦੋਂ ਕਿਤੇ ਕਬਰ ਦਾ ਕੋਈ ਮੇਲਾ ਹੋਵੇ ਤੇ ਵੇਖੋ ਕੋਈ ਮੁਸਲਮਾਨ ਨਹੀਂ ਉੱਥੇ ਜਾਂਦਾ, ਸਿੱਖ ਹੀ ਜਾਂਦੇ ਨੇ ਕਬਰ ਤੇ ਮੇਲਾ ਮਨਾਉਣ। ਵੀਰਵਾਰ ਵੀ ਤੇਲ ਪਾਉਣ ਸਿੱਖ ਹੀ ਜਾਂਦੇ ਨੇ ਕਬਰਾਂ ਦੇ ਉੱਤੇ। ਹਰੀਆਂ ਚਾਦਰਾਂ ਵੀ ਸਿੱਖ ਹੀ ਚੜਾਉਂਦੇ ਨੇ ਕਬਰਾਂ ਦੇ ਉੱਤੇ। ਇਹ ਤਾਂ ਹੀ ਹੋਇਆ ਭਾਈ ਕਿ ਸਾਡੀ ਕੌਮ ਜਿਹੜੀ ਆ ਉਹ ਪਰਮੇਸ਼ਰ ਦੇ ਨਾਮ ਤੋਂ, ਗੁਰਬਾਣੀ ਤੋਂ ਟੁੱਟ ਗਈ ਆ। ਤੇ ਜਿਹੜਾ ਗੁਰਬਾਣੀ ਤੋਂ ਟੁੱਟ ਜਾਵੇ, ਨਾਮ ਤੋਂ ਟੁੱਟ ਜਾਵੇ, ਫਿਰ ਉਹ ਮੜੀਆਂ ਮਸਾਣਾ ਕਬਰਾਂ ਤੇ ਜਾਂਦਾ ਹੀ ਹੁੰਦਾ ਭਾਈ। ਛੁੱਟੇ ਤਿਲ ਬਵਾੜ ਜਿਉ ਸੁੰਨੇ ਅੰਦਰ ਖੇਤ, ਖੇਤੀ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਪੁਰਾਣੇ ਸਮੇਂ 'ਚ ਤਿਲ ਬੀਜੇ ਜਾਂਦੇ ਸੀ ਤੇ ਗੁਰੂ ਸਾਹਿਬ ਜੀ ਉਸ ਦੀ ਉਦਾਹਰਨ ਦਿੰਦੇ ਨੇ ਕਿ ਛੁੱਟੇ ਤਿਲ ਬਵਾੜ ਜਿਉ, ਜਿਹੜੇ ਤਿਲ ਹੁੰਦੇ ਸੀ ਉਹ ਵੱਢ ਕੇ ਘਰਾਂ ਨੂੰ ਲੈ ਜਾਂਦੇ ਸੀ ਤੇ ਉਹਦੇ ਨਾਲ ਇੱਕ ਬਵਾੜ ਹੁੰਦਾ ਸੀ। ਜਿੱਦਾਂ ਕਣਕ ਦੇ ਵਿੱਚ ਜਮੀ ਹੁੰਦੀ ਆ ਨਾ, ਤੇ ਝੋਨੇ ਵਿੱਚ ਸਵਾਂਕ ਹੁੰਦਾ ਹੈ, ਤੇ ਕਮਾਦਾਂ ਦੇ ਵਿੱਚ ਬਰੂ ਹੁੰਦਾ ਹੈ। ਕਣਕ ਤੋਂ ਉੱਚੀ ਜਮੀ ਹੁੰਦੀ ਆ ਤੇ ਝੋਨੇ ਤੋਂ ਉੱਚਾ ਸਵਾਂਕ ਹੁੰਦਾ ਹੈ, ਤੇ ਕਮਾਦ ਤੋਂ ਉੱਚਾ ਬਰੂ ਹੁੰਦਾ ਹੈ। ਇਸ ਦਾ ਮਤਲਬ ਹੈ ਚੰਗਿਆਈ ਹਮੇਸ਼ਾ ਥੱਲੇ ਰਹਿੰਦੀ ਆ, ਬੁਰਾਈ ਤਾਂ ਹੁੰਦੀ ਹੈ। ਹੁਣ 8 ਫੁੱਟ ਦਾ ਕਮਾਦ ਹੈ ਤੇ 9 ਫੁੱਟਾਂ ਵਿੱਚ ਬਰੂ ਆ। ਜਿੱਥੇ ਚੰਗਿਆਈ ਆ, ਬੁਰਾਈ ਉਸ ਤੋਂ ਉੱਪਰ ਮਹਾਨ ਹੈ। ਇਹਦਾ ਮਤਲਬ ਚੰਗਿਆਈ ਛੋਟੀ ਹੁੰਦੀ ਆ, ਬੁਰਾਈ ਵੱਡੀ ਹੁੰਦੀ ਹੈ। ਤੁਸੀਂ ਦੇਖ ਲਓ, ਜਮੀ ਜਿਹੜੀ ਉਹ ਕਣਕ ਨੂੰ ਨੱਪਣ ਦੀ ਕੋਸ਼ਿਸ਼ ਕਰਦੀ ਹੈ। ਸਵਾਂਕ ਜਿਹੜਾ ਤੁਸੀਂ ਨਾ ਦਵਾਈਆਂ ਪਾਓ ਤੇ ਝੋਨਾ ਹੋ ਹੀ ਨਹੀਂ ਸਕਦਾ, ਸਵਾਂਕ ਹੀ ਮਾਰ ਦੂ। ਤੁਸੀਂ ਨਾ ਹੁਣ ਤੇ ਚਲੋ ਫੇਰ ਵੀ ਦਵਾਈਆਂ ਦੁਈਆਂ ਚੱਲ ਪਈਆਂ। ਜਦੋਂ ਨਹੀਂ ਇਹ ਸੀ ਤੇ ਕਣਕ ਗੋੜ ਕੇ ਮਰ ਜਾਣਾ, ਤੇ ਜਿੱਦਣ ਭਰੀਆਂ ਬੰਨਣੀਆਂ ਫੇਰ ਜਮੀ ਦੀਆਂ ਭਰੀਆਂ ਬੰਨ ਲੈਣੀਆਂ, ਕਣਕ ਫੇਰ ਨਾ ਲੱਭਣੀ। ਤੇ ਜਿੱਦਣ ਕੁਤਰਨੀ ਉਦਣ ਜਮੀ ਵਿੱਚੋਂ ਨਿਕਲਣੀ, ਛਿੱਟਾ ਕੋਈ ਨਿਕਲਣਾ ਹੀ ਨਾ। ਇਹ ਤੇ ਹੁਣ ਚਲੋ ਮਾਰ ਨੇ ਕਿਰਪਾ ਕੀਤੀ, ਕੋਈ ਦਵਾਈਆਂ ਦੁਈਆਂ ਚੱਲ ਪਈਆਂ ਤੇ ਕਣਕਾਂ ਹੋਣ ਲੱਗ ਪਈਆਂ, ਨਹੀਂ ਤੇ ਕਿੱਥੇ ਹੁੰਦੀਆਂ ਸੀ ਕਣਕਾਂ। ਮੈਂ ਕਹਿ ਰਿਹਾ ਸੀ ਹਮੇਸ਼ਾ ਬਰਿਆਈ ਉੱਪਰ ਹੁੰਦੀ ਆ। ਕਣਕ ਤੋਂ ਚੱਪਾ ਉੱਪਰ ਜਮੀ ਹੁੰਦੀ ਆ, ਕਣਕ ਤੋਂ ਚੱਪਾ ਉੱਪਰ ਸਵਾਂਕ ਹੁੰਦਾ ਹੈ, ਤੇ ਕਮਾਦ 8 ਫੁੱਟ ਦਾ ਹੋਵੇ ਤੇ 9 ਫੁੱਟ ਦਾ ਵਿੱਚ ਬਰੂ ਹੁੰਦਾ ਹੈ। ਇਹ ਬਰਿਆਈਆਂ ਉੱਪਰ ਹੀ ਹੁੰਦੀਆਂ ਨੇ। ਸਾਹਿਬ ਕਹਿੰਦੇ ਛੁੱਟੇ ਤਿਲ ਬਵਾੜ ਜਿਉ। ਜ਼ਿਮੀਦਾਰ ਕੀ ਕਰਦਾ ਸੀ? ਤਿਲਾਂ ਨੂੰ ਵੱਢ ਕੇ ਲੈ ਆਉਂਦਾ ਸੀ ਘਰ ਨੂੰ, ਤੇ ਬਵਾੜ ਜਿਹੜਾ ਹੁੰਦਾ ਸੀ ਉਹਨੂੰ ਖੇਤ 'ਚ ਹੀ ਪਿਆ ਰਹਿਣ ਦਿੰਦਾ ਹੁੰਦਾ ਸੀ। ਤੇ ਕਹੋ ਨਾਨਕ ਸੋ ਨਾ। ਜਿਹਦਾ ਇੱਕ ਨਾ ਖਸਮ ਹੋਵੇ ਉਹਦੇ ਬੜੇ ਖਸਮ ਬਣ ਜਾਂਦੇ ਨੇ। ਜਿਹੜਾ ਗੁਰੂ ਨਾਲ ਨਾ ਜੁੜੇ ਉਹਨੂੰ ਫਿਰ ਥਾਂ ਥਾਂ ਤੇ ਧੱਕੇ ਖਾਣੇ ਪੈਂਦੇ ਆ। ਤੇ ਸਾਹਿਬ ਕਹਿੰਦੇ ਸੁਣਿਆ ਸ਼ੇਖ, ਤੂੰ ਸ਼ੇਖ ਹੋ ਜਾਏਗਾ, ਤੂੰ ਵੱਡਾ ਹੋ ਜਾਏਗਾ, ਤੂੰ ਛੋਟਾ ਨਹੀਂ ਰਹੇਗਾ। ਇਹ ਧਨ ਦੌਲਤ ਕਰਕੇ ਪਤਾ ਨਹੀਂ ਕਬੀਰ ਵੱਡਾ ਨਹੀਂ ਹੋ ਸਕਿਆ। ਧਨ ਦੌਲਤ ਕਰਕੇ ਤੇ ਭਗਤ ਰਵਿਦਾਸ ਜੀ ਵੀ ਨਹੀਂ ਵੱਡੇ ਬਣ ਸਕੇ। ਤਾਂ ਏਡਾ ਵੱਡਾ ਭਗਤ ਕਬੀਰ ਹੈ, ਘਰ ਖਾਣ ਨੂੰ ਆਟਾ ਨਹੀਂ ਹੈ। ਤੇ ਮੁਸ ਮੁਸ ਰੋਵੇ ਕਬੀਰ ਕੀ ਮਾਈ, ਏ ਬਾਰਕ ਕੈਸੇ ਜੀਵੇ ਰਗਰਾਈ। ਕਬੀਰ ਪਦਾਰਥਾਂ ਕਰਕੇ ਸੇਖ ਨਹੀਂ ਬਣਿਆ, ਛੋਟਾ ਰਹਿ ਗਿਆ। ਭਗਤ ਰਵਿਦਾਸ ਜੀ ਪਦਾਰਥਾਂ ਕਰਕੇ ਵੱਡੇ ਨਹੀਂ ਹੋਏ। ਭਗਤ ਸੈਨ ਨਾਈ ਬੁਤਕਾਰੀਆ, ਲੋਕਾਂ ਦੀਆਂ ਨੱਤੀਆਂ ਬੁੱਤੀਆਂ ਕਰਨ ਵਾਲੇ ਨੇ ਭਗਤ ਸੈਨ ਜੀ। ਉਹ ਵੱਡੇ ਨਹੀਂ ਹੋਏ, ਸ਼ੇਖ ਨਹੀਂ ਹੋਏ।
ਪਰ ਜੇ ਉਹਨਾਂ ਦੀ ਅੰਦਰ ਦੀ ਅਵਸਥਾ ਨੂੰ ਤੋਲੋ ਤਾਂ ਭਗਤ ਰਵਿਦਾਸ ਜੀ ਕਹਿੰਦੇ ਠੀਕ ਆ, ਅਸੀਂ ਬਾਹਰੋਂ ਗਰੀਬ ਆ, ਪਰ ਅਸੀਂ ਅੰਦਰੋਂ ਜਿਹੜੇ ਆ ਨਾ ਅਮੀਰ ਸ਼੍ਰੇਣੀ ਵਿੱਚ ਆ ਗਏ ਆ। ਬਾਹਰੋਂ ਤੇ ਅਸੀਂ ਅਬਾਨੀ ਅਡਾਨੀ ਨਹੀਂ ਬਣ ਸਕੇ, ਪਰ ਅੰਦਰੋਂ ਸਾਡੀ ਜਿਹੜੀ ਗਿਣਤੀ ਆ, ਸਾਡੀ ਸ਼੍ਰੇਣੀ ਆ, ਬੜੇ ਉੱਚੇ ਲੋਕਾਂ ਦੇ ਨਾਲ ਹੈ। ਕਾਇਮ ਦੈਮ ਸ਼ਦਾ ਪਾਤਸ਼ਾਹੀ, ਦੋ ਮਨ ਸੇਮਨ ਏਕ ਸੁਆਈ, ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਣੀ ਗਣੀ ਮਣੇ ਧਨਵਾਨ ਲੋਕ। ਸਾਡੀ ਆਤਮਾ ਨੂੰ ਦੇਖੋ, ਸਾਡੇ ਅੰਦਰ ਨੂੰ ਪਰਖੋ, ਅਸੀਂ ਕਿੰਨੇ ਕੁ ਅਮੀਰ ਹੋ ਚੁੱਕੇ ਆ ਅੰਦਰੋਂ। ਸੁਣ ਸੁਣ ਕੇ, ਜਪ ਜਪ ਕੇ ਅਸੀਂ ਪਾਤਸ਼ਾਹ ਬਣ ਗਏ ਹਾਂ। ਅਗਲਾ ਤੁਕ ਸੀ ਨਾ ਸੁਣਿਆ, ਸ਼ੇਖ ਪੀਰ ਪਾਤਸ਼ਾਹ। ਸਾਡੀ ਜਿਹੜੀ ਸੋਚ ਹੈ, ਜਿਹੜੀ ਸਾਡੀ ਵਿਚਾਰਧਾਰਾ ਹੈ, ਉਹ ਪਦਾਰਥਾਂ ਤੇ ਟਿਕੀ ਹੋਈ ਹੈ। ਜਿੰਨੇ ਜਿੰਨ ਕੋ ਪਦਾਰਥ ਵੱਧ ਹੋਣਗੇ ਓਨਾ ਹੀ ਉਹ ਵੱਡਾ ਹੋਏਗਾ। ਪਰ ਭਗਤਾਂ ਦੀ ਤੇ ਸੰਤਾਂ ਦੀ ਵਿਚਾਰਧਾਰਾ ਹੈ, ਉਹ ਕਹਿੰਦੇ ਜਿੰਨਾ ਸੰਸਾਰ ਤੋਂ ਬੰਦਾ ਮੁਕਤ ਹੋ ਗਿਆ ਓਨਾ ਹੀ ਵੱਡਾ ਹੋ ਗਿਆ, ਜਿੰਨਾ ਇਸ ਸੰਸਾਰ ਤੋਂ ਨਿਰਲੇਪ ਹੋ ਗਿਆ ਓਨਾ ਹੀ ਵੱਡਾ ਹੋ ਗਿਆ ਹੈ ਤਾਂ। ਪਰ ਇਸ ਗੱਲ ਨੂੰ ਦੁਨੀਆ ਨਹੀਂ ਮੰਨਦੀ, ਲੋਕ ਨਹੀਂ ਇਸ ਨੂੰ ਮੰਨਦੇ। ਇਹ ਗੱਲਾਂ ਦੁਨੀਆ 'ਚ ਨਹੀਂ ਚੱਲਦੀਆਂ, ਤਾਈਓ ਤੇ ਭਗਤਾਂ ਦੀ ਘਰ ਦੇ ਵੀ ਵਿਰੋਧਤਾ ਕਰਦੇ ਨੇ, ਦੁਨੀਆ ਵੀ ਵਿਰੋਧਤਾ ਕਰਦੀ ਆ। ਉਹ ਕਿਸੇ ਹੋਰ ਵਿਚਾਰਧਾਰਾ 'ਚ ਜੀਂਦੇ ਨੇ, ਉਹ ਕਿਸੇ ਹੋਰ ਧਨ ਦੌਲਤ ਦੇ ਨਾਲ ਹਮ ਨਿਰਧਨ ਜੋ ਇਹ ਧਨ ਪਾਇਓ, ਮਰਤੇ ਫੂਟ ਗਮਾਨੀ। ਕਬੀਰ ਸਾਹਿਬ ਕਹਿੰਦੇ ਮੈਂ ਬੜਾ ਨਿਰਧਨ ਸਾਂ, ਬੜਾ ਕੰਗਾਲ ਬੰਦਾ, ਮੈਂ ਤਾਂ ਬੜਾ ਗਰੀਬ ਹਾਂ, ਪਾਉਣ ਨੂੰ ਕੱਪੜਾ ਨਹੀਂ ਹੈ, ਖਾਣ ਨੂੰ ਰੋਟੀ ਨਹੀਂ ਹੈ, ਮੈਂ ਬੜਾ ਗਰੀਬ ਹਾਂ। ਪਰ ਹਮ ਨਿਰਧਨ ਜੋ ਇਹ ਧਨ ਪਾਇਓ, ਮੈਂ ਗਰੀਬ ਨੇ ਇਹ ਅਬਨਾਸੀ ਧਨ ਪ੍ਰਾਪਤ ਕੀਤਾ ਜਿਹੜਾ ਪਰਮੇਸ਼ਰ ਦੇ ਨਾਮ ਵਾਲਾ। ਤੋ ਮਰਤੇ ਫੂਟ ਗਮਾਨੀ। ਤੇ ਮੇਰੀ ਵੱਡੀ ਵਡਿਆਈ ਨੂੰ ਵੇਖ ਕੇ, ਮੇਰੀ ਸੋਭਾ ਨੂੰ ਵੇਖ ਕੇ ਹੰਕਾਰੀ ਬੰਦੇ ਸੜਦੇ ਨੇ। ਇਹ ਟਕੇ ਦਾ ਜਲਾਇਆ ਏਡਾ ਕੰਗਾਲ ਵਿਅਕਤੀ, ਇਹਨੂੰ ਲੋਕੀ ਮੱਥੇ ਟੇਕਦੇ ਨੇ। ਤੇ ਜਦੋਂ ਕਬੀਰ ਨੂੰ ਮੱਥੇ ਟੇਕਦੇ ਅਮੀਰ ਲੋਕਾਂ ਨੇ ਵੇਖਿਆ, ਕਹਿਣ ਲੱਗੇ ਲੋਕੀ ਤੇ ਸਾਡੇ ਅੱਗੇ ਹੱਥ ਹੀ ਜੋੜਦੇ ਸੀ, ਅਸੀਂ ਅਮੀਰ ਬੰਦੇ ਆ। ਪਰ ਕਬੀਰ ਤੇ ਕੰਗਾਲ ਹੈ, ਗਰੀਬ ਹੈ, ਇਹਨੂੰ ਲੋਕੀ ਮੱਥਾ ਟੇਕਦੇ ਨੇ। ਅੱਜ ਵੀ ਕਿਤੇ ਸੜਕ ਤੇ ਜਾਓ, ਸਿਆਣੇ ਕਹਿੰਦੇ ਕਿ ਬਹੁਤ ਵੱਡਾ ਕੋਈ ਮਹਿਲ ਦਿਖੇ ਨਾ ਤੁਹਾਨੂੰ, ਤੇ ਉਹ ਸਾਡਾ ਤੁਹਾਡੇ ਮਨ ਵਿੱਚ ਨਫ਼ਰਤ ਪੈਦਾ ਹੋ ਜੇ ਉਸ ਮਹਿਲ ਵਾਸਤੇ। ਤੇ ਇੱਕ ਛੋਟਾ ਜਿਹਾ ਕਮਰਾ ਕੋਈ ਝੁੱਗੀ ਦੇ ਬਾਹਰ ਗੁਰੂ ਕਾ ਨਿਸ਼ਾਨ ਝੁੱਲ ਰਿਹਾ ਹੋਵੇ ਤੇ ਐ ਹੱਥ ਜੁੜ ਜਾਂਦੇ ਨੇ ਵੀ ਗੁਰੂ ਕਾ ਨਿਸ਼ਾਨ ਹੈ। ਮੈਂ ਕੱਲ ਵੀ ਇੱਕ ਵੀਡੀਓ ਵੇਖ ਰਿਹਾ ਸੀ ਹਿਮਾਚਲ ਦੀ, ਤੇ ਉਹ ਪੁਲਿਸ ਕਹਿ ਰਹੀ ਸੀ ਵੀ ਭਿੰਡਰਾਂਵਾਲੇ ਦੀ ਫੋਟੋ ਲਾ ਕੇ ਅੱਗੇ ਜਾਓ ਗੱਡੀ ਤੋਂ, ਉੱਦਾਂ ਨਹੀਂ ਜਾਣ ਦੇਵਾਂਗੇ। ਉਹ ਕਹਿ ਰਹੇ ਸੀ ਅਸੀਂ ਵਾਪਸ ਮੁੜ ਜਾਵਾਂਗੇ, ਫੋਟੋ ਨਹੀਂ ਲਾਉਣੀ। ਤੇ ਮੈਂ ਤਾਂ ਕੱਲ ਵੀ ਕਿਹਾ ਸੀ ਬਾਬੇ ਨਾਨਕ ਦੀ ਫੋਟੋ ਲਾਓ ਲੋਕੋ, ਉਹ ਗੁਰੂ ਨਾਨਕ ਦਾ ਝੰਡਾ ਰੱਖੋ ਆਪਣੀ ਗੱਡੀ ਦੇ ਅੱਗੇ, ਦੁਨੀਆ ਮੱਥੇ ਟੇਕੇਗੀ। ਜੇ ਤੁਸੀਂ ਵਿਅਕਤੀਆਂ ਦੀਆਂ ਫੋਟੋਆਂ ਲਾਓਗੇ, ਵਿਅਕਤੀਆਂ ਦੇ ਨਾਂ ਦੇ ਝੰਡੇ ਖੜੇ ਕਰੋਗੇ, ਤੇ ਫਿਰ ਨਫ਼ਰਤ ਪੈਦਾ ਹੋਊਗੀ ਧਰਤੀ ਉੱਤੇ। ਬਾਬੇ ਨਾਨਕ ਦੇ ਝੰਡੇ ਨੂੰ ਲੋਕਾਂ ਦੇ ਨਮਸਕਾਰ ਅੱਜ ਵੀ ਪਏ ਕਰਦੇ ਨੇ, ਤੇ ਸਦਾ ਹੀ ਹੁੰਦੀਆਂ ਰਹਿਣੀਆਂ ਨੇ, ਕਿਉਂਕਿ ਬਾਬਾ ਸਾਰਿਆਂ ਦਾ ਸਾਂਝਾ ਵਾ। ਬਾਬਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਬਾਬਾ ਕੋਈ ਅੰਤਕਵਾਦ ਨਹੀਂ ਫੈਲਾਉਂਦਾ। ਕਬੀਰ ਸਾਹਿਬ ਕਹਿੰਦੇ ਹਮ ਨਿਰਧਨ ਜੋ ਇਹ ਧਨ ਪਾਇਓ, ਮੈਂ ਉਸ ਬਨਾਸੀ ਧਨ ਨੂੰ ਪ੍ਰਾਪਤ ਕਰਕੇ ਮੈਂ ਸ਼ੇਖ ਬਣ ਗਿਆ, ਮੈਂ ਵੱਡਾ ਬਣ ਗਿਆ। ਤੇ ਮੇਰੇ ਵੱਡੇਪਣ ਨੂੰ ਵੇਖ ਕੇ ਇਹ ਹੰਕਾਰੀ ਲੋਕ, ਜਿੱਦਾਂ ਹੁਣ ਆ ਛੋਟਿਆਂ ਛੋਟਿਆਂ ਵਿਅਕਤੀਆਂ ਨੂੰ ਰਾਜ ਸਤਾ ਮਿਲ ਗਈ ਆ, ਤੇ ਜਿਹੜੇ ਵੱਡੇ ਵੱਡੇ ਸਰਦਾਰ ਸੀ, ਬੜੇ ਲੰਮੇ ਸਮੇਂ ਤੋਂ ਪਿਤਾ ਪੁਰਖੀ ਜਿਨ੍ਹਾਂ ਦੇ ਰਾਜ ਚੱਲੇ ਆਉਂਦੇ ਸੀ, ਹੁਣ ਸੜਨ ਦੇ ਆ ਵੀ ਇਹ ਰਸ਼ਕੇ ਚਲਾਉਣ ਵਾਲੇ, ਟੈਂਪੂ ਚਲਾਉਣ ਵਾਲੇ ਰਾਜੇ ਕਿਵੇਂ ਬਣ ਗਏ ਆ। ਤੇ ਕਬੀਰ ਸਿੰਘ ਹਮ ਨਿਰਧਨ, ਇਹ ਏਦਾਂ ਹੁੰਦਾ ਰਿਹਾ ਸਦਾ ਹੀ, ਇਹ ਪਰਮੇਸ਼ਰ ਦੀ ਲੀਲਾ ਵਾ।
ਕਿ ਘਾਹ ਖੋਤਣ ਵਾਲਿਆਂ ਨੂੰ ਰਾਜੇ ਬਣਾ ਦਿੰਦਾ ਤੇ ਜਿਹੜੇ ਰਾਜੇ ਬਣੇ ਸੀ ਉਹਨਾਂ ਨੂੰ ਰੰਬੇ ਫੜਾ ਦਿੰਦਾ ਵੀ ਤੁਸੀਂ ਘਾਹ ਖੋਤੋ ਜੀ। ਭਰੇ ਜਿਹੜੇ ਭਰੇ ਨੇ ਉਹਨਾਂ ਨੂੰ ਸਰੋਵਰਾਂ ਨੂੰ ਖਾਲੀ ਕਰ ਦਿੰਦਾ, ਖਾਲੀ ਸਰੋਵਰਾਂ ਨੂੰ ਭਰ ਦਿੰਦਾ ਏ, ਪਹਾੜਾਂ ਨੂੰ ਉਹ ਪੱਧਰੇ ਮੈਦਾਨ ਬਣਾ ਦਿੰਦਾ, ਮੈਦਾਨਾਂ ਨੂੰ ਉਹ ਪਹਾੜ ਬਣਾ ਦਿੰਦਾ। ਉਹਦੀ ਆਪਣੀ ਲੀਲਾ ਹੈ ਕੋਈ, ਇਹਦੇ 'ਚ ਕੋਈ ਬੰਦੇ ਦੀ ਵੱਡੀ ਵਡਿਆਈ ਨਹੀਂ ਹੈ। ਕਬੀਰ ਸਾਹਿਬ ਨੇ ਹਮ ਨਿਰ ਧਨ ਜੋ ਇਹ ਧਨ ਪਾਇਓ, ਮੈਂ ਕੰਗਾਲ ਵਾਂ, ਮੇਰੇ ਆਂਢ ਗੁਆਂਢ ਧਨੀ ਲੋਕ ਰਹਿੰਦੇ ਨੇ, ਮੇਰਾ ਛੋਟਾ ਜਿਹਾ ਇੱਕ ਕੋਠਾ ਹੈ, ਝੁੱਗੀ ਹੈ, ਲਾਗੇ ਬੜੇ ਬੜੇ ਮਹਿਲ ਪਏ ਹੋਏ ਨੇ, ਤੇ ਅੱਜ ਜਦੋਂ ਮੈਨੂੰ ਲੋਕੀ ਮੱਥਾ ਟੇਕਦੇ ਨੇ, ਕਿਉਂ ਮੈਨੂੰ ਮੱਥਾ ਕਿਉਂ ਟੇਕਦੇ ਨੇ? ਕਬੀਰ ਸਾਹਿਬ ਕਹਿੰਦੇ ਹਮ ਨਿਰ ਧਨ ਜੋ ਇਹ ਧਨ ਪਾਇਓ, ਨਾਮ ਦਾ ਧਨ ਪ੍ਰਾਪਤ ਹੋ ਗਿਆ ਤੇ ਕੌਣ ਵੱਡਾ ਮਾਇਆ ਵਡਿਆਈ। ਇੱਕ ਪਾਸੇ ਮਾਇਆ ਨੂੰ ਵਡਿਆਈ ਹੈ, ਇੱਕ ਪਾਸੇ ਉਹ ਨੇ ਸੋ ਵੱਡਾ ਜਿਨ ਰਾਮ ਲਿਵ ਲਾਈ ਹੋਈ ਹੈ। ਦੁਨੀਆ ਤੇ ਸਭ ਤੋਂ ਵੱਡਾ ਬੰਦਾ ਉਹ ਹੈ ਜਿਹਦਾ ਚਿੱਤ ਰੱਬ ਨਾਲ ਜੁੜ ਗਿਆ ਹੈ। ਹੋ ਸਕਦਾ ਉਹਦੇ ਕੋਲ ਖਾਣ ਨੂੰ ਰੋਟੀ ਨਾ ਹੋਵੇ, ਹੋ ਸਕਦਾ ਉਸ ਨੂੰ ਪਾਉਣ ਲਈ ਉਸ ਕੋਲ ਕੱਪੜਾ ਵੀ ਨਾ ਹੋਵੇ, ਪਰ ਉਹ ਵੱਡੀਆਂ ਸ਼੍ਰੇਣੀਆਂ 'ਚ ਆ ਜਾਂਦਾ ਜਿਹੜਾ ਰੱਬ ਦੇ ਨਾਮ ਨਾਲ ਜੁੜ ਜਾਂਦਾ ਹੈ। ਮਰਤੇ ਫੂਟ ਗਮਾਨੀ ਕਰੇ ਗਮਾਨ, ਤੁਸੀਂ ਹੰਕਾਰ ਕਰਦੇ ਹੋ ਆਪਣੀਆਂ ਦੌਲਤਾਂ ਸ਼ੌਹਰਤਾਂ ਦਾ। ਕਰੇ ਗਮਾਨ ਚੁਬੇ ਤਿਸ ਸੂਲਾਂ ਕੋ ਕਾਢਣ ਕੋ ਨਹੀਂ, ਅਜੇ ਸੋ ਚੋਬ ਕੋ ਬਿਲ ਬਲਾਤੇ ਨਰਕੇ ਘੋਰ ਪਛਾਈ। ਮੈਂ ਕਹਿ ਰਿਹਾ ਸੀ ਕਿ ਸੰਤਾਂ ਕੋ, ਗੁਰੂਆਂ ਆਪਣੇ ਭਗਤਾਂ ਦੇ ਕੋਲ ਕੋਈ ਬਾਹਰੀ ਦੌਲਤਾਂ ਨਹੀਂ ਹੁੰਦੀਆਂ। ਉਹ ਬਾਹਰੀ ਦੌਲਤਾਂ ਕਰਕੇ ਵੱਡੇ ਨਹੀਂ ਹੁੰਦੇ, ਉਹ ਆਤਮਾ ਕਰਕੇ, ਆਤਮ ਬਲ ਕਰਕੇ ਵੱਡੇ ਹੁੰਦੇ ਨੇ। ਵਿਚਾਰਧਾਰਾ ਉਹਨਾਂ ਕੋਲ ਵੱਡੀ ਹੁੰਦੀ, ਛੋਟੀ ਨਹੀਂ ਹੁੰਦੀ। ਸਾਡੇ ਕੋਲ ਥੋੜ੍ਹੇ ਚਿਰੇ ਸੁੱਖ ਹੁੰਦੇ ਨੇ, ਉਹਨਾਂ ਕੋਲ ਸਦੀਵੀ ਸੁੱਖ ਹੁੰਦਾ। ਆਸਾ ਵਿੱਚ ਅਤ ਦੁੱਖ ਕਣਾ, ਗੁਰ ਮਨਮੁਖ ਚਿਤ ਲਾਇਆ, ਗੁਰਮੁਖ ਪਏ ਨਿਰਾਸ, ਪਰਮ ਸੁਖ ਪਾਇਆ। ਸਾਡੇ ਕੋਲ ਸੁੱਖ ਹੁੰਦਾ ਹੈ, ਦੁਨੀਆਦਾਰਾਂ ਦੇ ਕੋਲ ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਸੰਤਾਂ ਦੇ ਕੋਲ, ਮਹਾਂਪੁਰਖਾਂ ਦੇ ਕੋਲ, ਪਰਮੇਸ਼ਰ ਦਾ ਨਾਮ ਸੁਣਨ ਵਾਲਿਆਂ ਕੋਲ, ਨਾਨਕ ਭਗਤਾਂ ਸਦਾ ਵਿਗਾਸ। ਸਾਡੇ ਕੋਲ ਥੋੜਾ ਸੁੱਖ ਹੁੰਦਾ ਹੈ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਉਹ ਸਦੀਵੀ ਸੁੱਖ ਵਿੱਚ ਜੀਂਦੇ ਨੇ। ਅਸੀਂ, ਸਾਡੇ ਕੋਲ ਥੋੜਾ ਆਨੰਦ ਹੁੰਦਾ ਹੈ, ਉਹ ਆਨੰਦ ਫਿਰ ਬਦਲ ਜਾਂਦਾ ਹੈ। ਪਰ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੈਂ ਕਹਿ ਰਿਹਾ ਸੀ, ਕਬੀਰ ਨੇ ਕਿਹਾ ਠੀਕ ਆ, ਸਾਡੇ ਘਰ ਖਾਣ ਨੂੰ ਆਟਾ ਨਹੀਂ ਹੈ, ਪਰ ਸਾਡੇ ਅੰਦਰ ਵੇਖੋ ਵੱਡੀ ਬਾਦਸ਼ਾਹੀ ਛਿਪੀ ਹੋਈ ਹੈ। ਸੁਣਿਆ ਸ਼ੇਖ, ਤੂੰ ਵੱਡਾ ਹੋਣਾ ਚਾਹੁੰਦਾ ਹੈ, ਤੂੰ ਸ਼ੇਖ ਹੋਣਾ ਚਾਹੁੰਦਾ ਹੈ। ਸਾਹਿਬ ਕਹਿੰਦੇ ਫਿਰ ਰੱਬ ਦਾ ਨਾਮ ਸੁਣਿਆ ਕਰ। ਤੇ ਤੂੰ ਰੱਬ ਦਾ ਨਾਮ ਸੁਣ ਸੁਣ ਕੇ ਤੂੰ ਅੰਦਰੋਂ, ਬਾਹਰੋਂ ਤਾਂ ਨਹੀਂ, ਬਾਹਰ ਦੀ ਤੇ ਕੋਈ ਗਰੰਟੀ ਨਹੀਂ ਹੈ ਕਿ ਵੱਡਾ ਹੋ ਸਕੇ, ਪਰ ਤੇਰੀ ਵਿਚਾਰਧਾਰਾ ਬਹੁਤ ਵੱਡੀ ਹੋ ਜੂਗੀ। ਤੈਨੂੰ ਛੋਟੀ ਛੋਟੀ ਗੱਲ ਪਿੱਛੇ ਕ੍ਰੋਧ ਨਹੀਂ ਆਏਗਾ, ਤੂੰ ਬਹੁਤ ਵੱਡਾ ਹੋ ਜਾਏਗਾ। ਤੈਨੂੰ ਛੋਟੀ ਛੋਟੀ ਦੁਨੀਆ ਦੀਆਂ ਗੱਲਾਂ ਤੈਨੂੰ ਦੁੱਖ ਨਹੀਂ ਪਹੁੰਚਾਉਣਗੀਆਂ, ਤੂੰ ਬਹੁਤ ਵੱਡਾ ਹੋ ਜਾਏਗਾ। ਹੁਣ ਵੱਡੇ, ਜਿੰਨਾ ਵੱਡਾ ਬੰਦਾ ਹੋਏਗਾ, ਛੋਟੀ ਚੀਜ਼ ਦੀ ਉੱਥੇ ਪਹੁੰਚ ਨਹੀਂ ਹੈ। ਵੱਡੇ ਬੰਦੇ ਦੇ ਕੋਲ ਛੋਟਾ ਬੰਦਾ ਨਹੀਂ ਪਹੁੰਚ ਸਕਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਅੰਦਰੋਂ ਜਪ ਜਪ ਕੇ, ਅੰਦਰੋਂ ਸੁਣ ਸੁਣ ਕੇ ਵੱਡਾ ਹੋ ਗਿਆ, ਕਿਉਂਕਿ ਜਿਸ ਨਾਲ ਤੂੰ ਜੁੜਨਾ ਹੈ, ਜਿਸ ਨੂੰ ਤੂੰ ਸੁਣਨਾ ਹੈ, ਜਿਸ ਨੂੰ ਤੂੰ ਜਪਣਾ ਹੈ, ਉਹ ਬਹੁਤ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ, ਉਹ ਕਿੱਡਾ ਕੁ ਵੱਡਾ ਵਾ। ਡੀਠਾ ਹੋਏ, ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਆਖਿਆ ਉਹ ਤੇ ਬਹੁਤ ਵੱਡਾ ਹੈ। ਉਹ ਤੇ ਛਿਨਮੇ ਰਾਉ ਰੰਕ ਕੋ ਕਰ ਰਹੀ ਹੈ। ਕੋਈ ਦੁਨੀਆ ਤੇ ਬੰਦਾ ਜਿਹੜਾ ਇੱਕ ਗਰੀਬ ਘਾਹ ਖੋਤਣ ਵਾਲੇ ਨੂੰ ਰਾਜ ਸਤਾ ਦੇ ਦੇਵੇ, ਰਾਜਾ ਬਣਾ ਦੇ, ਪਰ ਉਹ ਬਣਾ ਸਕਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਤੂੰ ਵੱਡੇ ਨਾਲ ਜੁੜ,
ਤੇ ਜੇ ਤੂੰ ਵੱਡੇ ਨਾਲ ਜੁੜ ਗਿਆ ਤੇ ਸੁਣਿਆ ਸ਼ੇਖ ਤੂੰ ਵੱਡਾ ਹੋ ਗਿਆ। ਆਂਦੇ ਨਾ ਜੇ ਇੱਕ ਵੇਲ ਨੂੰ ਖੂਹ ਤੇ ਲਾ ਦਿਓ ਤੇ ਠਾਹ ਨੂੰ ਉਤਰ ਜਾਂਦੀ, ਖੂਹ ਦੇ ਕੰਢੇ ਲਾ ਦਿਓ, ਉਹ ਵੇਲ ਨੂੰ ਜੇ ਤੁਸੀਂ ਰੁੱਖ ਦੇ ਮੁੱਢ ਲਾਗੇ ਲਾ ਦਿਓ ਤੇ ਵੇਲ ਤਾਂ ਨੂੰ ਚੜ੍ਹ ਜਾਂਦੀ, ਵੱਡੀ ਹੋ ਜਾਂਦੀ ਹੈ। ਜੇ ਰੁੱਖ 30 ਫੁੱਟ ਉੱਚਾ ਤੇ ਵੇਲ ਵੀ 30 ਫੁੱਟ ਉੱਚੀ ਚਲ ਜਾਂਦੀ ਆ। ਜੇ ਖੂਹ 20 ਫੁੱਟ ਨੀਵਾਂ ਤੇ 20 ਫੁੱਟ ਠਾਹ ਨੂੰ ਵੇਲ ਤੁਰ ਜਾਂਦੀ ਆ। ਸਭ ਕਹਿੰਦੇ ਤੂੰ ਵੱਡਿਆਂ ਦਾ ਸੰਗ ਕਰਿਆ ਕਰ, ਤੂੰ ਵੱਡਾ ਪਰਮੇਸ਼ਰ ਹੈ, ਵੱਡਾ ਪਰਮੇਸ਼ਰ, ਵੱਡੀ ਜਿਸ ਜਾ ਨਾਈ। ਤੂੰ ਸੱਚਿਆਂ ਦੀ ਸੰਗਤ ਕਰਿਆ ਕਰ, ਪਰਮੇਸ਼ਰ ਸੱਚਾ ਹੈ। ਤੂੰ ਮਹਾਨ ਵਿਅਕਤੀਆਂ ਦੀ ਸੰਗਤ ਕਰਿਆ ਕਰ, ਤੂੰ ਮਹਾਨ ਹੋ ਜਾਏਗਾ। ਸਭ ਕਹਿੰਦੇ ਸੁਣਿਆ ਸ਼ੇਖਾ ਪੀਰਾ। ਜਿਹੜੀ ਪੀਰਾਂ ਦੇ ਕੋਲ ਅਵਸਥਾ ਹੁੰਦੀ ਹੈ ਨਾ, ਜਿੱਦਾਂ ਕਹਿੰਦੇ ਨੇ ਕਿ ਛਟਮ ਪੀਰ ਬੈਠਾ ਗੁਰ ਭਾਰੀ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਪੀਰ ਮਾਣੇ ਇਹਨੇ ਮੀਰੀ ਤੇ ਪੀਰੀ। ਮੀਰੀ ਹੁੰਦੀ ਆ ਰਾਜ ਸੱਦਾ, ਪੀਰੀ ਹੁੰਦੀ ਆ ਗੁਰਿਆਈ। ਰੱਬੀ ਬਖਸ਼ਿਸ਼ ਨੂੰ ਪੀਰੀ ਬੋਲਿਆ ਜਾਂਦਾ ਹੈ। ਤੇ ਜਿਹੜੀ ਦੁਨਿਆਵੀ ਬਖਸ਼ਿਸ਼ ਆ, ਦੁਨਿਆਵੀ ਰਾਜ ਆ, ਉਹਨੂੰ ਮੀਰੀ ਬੋਲਿਆ ਜਾਂਦਾ ਹੈ। ਸਭ ਕਹਿੰਦੇ ਤੂੰ ਪੀਰ ਹੋ ਜਾਏਗਾ, ਤੂੰ ਤੇਰੇ ਕੋ ਪੀਰੀ ਆ ਜਾਏਗੀ, ਤੂੰ ਪੂਜਿਆ ਜਾਵੇਗਾ। ਸੁਣਿਆ ਸ਼ੇਖ ਪੀਰ ਪਾਤਸ਼ਾਹ। ਅਜੇ ਤੱਕ ਇਸ ਤਰ੍ਹਾਂ ਹੋਇਆ ਨਹੀਂ ਹੈ। ਕਹਿੰਦੇ ਨੇ ਨਾਮ ਜਪਣ ਵਾਲੇ ਰਾਜੇ ਹੁੰਦੇ ਨੇ, ਅਜੇ ਤੱਕ ਤਾਂ ਇਸ ਤਰ੍ਹਾਂ ਹੋਇਆ ਨਹੀਂ ਹੈ। ਪਰ ਇਹ ਜਿਹੜਾ ਬਾਰ-ਬਾਰ ਕਹਿੰਦਾ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਬੀਰ ਨੇ ਇੰਨਾ ਨਾਮ ਜਪਿਆ, ਉਹ ਤੇ ਪਾਤਸ਼ਾਹ ਬਣਿਆ ਨਹੀਂ। ਬਾਕੀ ਭਗਤਾਂ ਨੇ ਬੜਾ ਬੜਾ ਨਾਮ ਜਪਿਆ ਹੈ। ਕੋਈ ਹੈ ਕੋਈ ਰਾਜਾ ਬਣਿਆ ਹੋਵੇ ਭਗਤ ਨਾਮ ਜਪ ਕੇ? ਨਹੀਂ ਨਹੀਂ, ਰਾਜ ਨਹੀਂ ਪ੍ਰਾਪਤ ਹੋਇਆ, ਉਹ ਰਾਜੇ ਨਹੀਂ ਬਣੇ। ਹਾਂ, ਰਾਜਿਆਂ ਨੇ ਉਹਨਾਂ ਨੂੰ ਆਣ ਕੇ ਮੱਥਾ ਜ਼ਰੂਰ ਟੇਕਿਆ ਹੈ। ਤੇ ਜਿਹਦੇ ਅੱਗੇ ਰਾਜਾ ਝੁਕ ਗਿਆ ਹੈ, ਇਸ ਦਾ ਮਤਲਬ ਰਾਜੇ ਤੋਂ ਵੀ ਵੱਡਾ ਹੈ। ਇਹ ਰਾਜੇ, ਇਹ ਭੂਪਤ ਰਾਜੇ ਰੰਗ ਦਿਨ 4 ਸੁਹਾਵਣਾ, ਇਹ ਮਾਇਆ ਰੰਗ ਬਿਰੰਗ ਖਿਨ ਮੇ ਲੈ ਜਾਵਣਾ। ਭਗਤਾਂ ਅੱਗੇ ਰਾਜੇ ਤਾਂ ਮੱਥਾ ਟੇਕ ਸਕਦਾ ਹੈ, ਰਾਜਾ। ਭਗਤ ਕਿਸੇ ਅੱਗੇ ਮੱਥਾ ਨਹੀਂ ਟੇਕ ਸਕਦਾ। ਭਗਤ ਨਾਮਦੇਵ ਨੂੰ ਆਖਿਆ ਲੋਕਾਂ ਨੇ, ਤੂੰ ਰਾਜੇ ਨੂੰ ਮੱਥਾ ਟੇਕ ਦੇ। ਕਹਿਣ ਲੱਗਾ ਮੈਂ ਕਿਉਂ ਮੱਥਾ ਟੇਕਾਂ? ਰਾਜਾ ਸਾਨੂੰ ਟੇਕੇ, ਅਸੀਂ ਵੱਡੇ ਪਾਤਸ਼ਾਹ ਹੁੰਦੇ ਹਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਣਿਆ ਸ਼ੇਖ ਪੀਰ ਪਾਤਸ਼ਾਹ। ਰਾਜੇ ਨੇ ਆਖਿਆ ਜੇ ਤੂੰ ਮੈਨੂੰ ਮੱਥਾ ਨਹੀਂ ਟੇਕੇਗਾ, ਮੇਰੇ ਆਖੇ ਨਹੀਂ ਲੱਗੇਗਾ, ਮੈਂ ਤੇਰੀ ਧੌਣ ਵੱਢ ਦਿਆਂਗਾ। ਕਹਿੰਗੇ ਤੂੰ ਵੱਢ ਸਕਦਾ ਵਾ, ਵੱਢ ਦੇ, ਤੂੰ ਰਾਜਾ ਵਾ, ਤੇਰੇ ਕੋ ਤੇਗ ਵਾ, ਤੇਰੇ ਕੋ ਜੇਲ੍ਹ ਵਾ, ਤੇਰੇ ਕੋ ਫਾਂਸੀ ਦੇ ਫੰਦੇ ਨੇ, ਤੂੰ ਜੋ ਮਰਜ਼ੀ ਕਰ ਲਾ, ਮੈਂ ਤੇਰੀ ਹਥੌਣ ਵੱਢ ਦੂੰਗਾ। ਵੱਢ ਦੇ ਹਥੌਣ। ਤੇ ਕਹਿਣ ਲੱਗੇ ਰਾਮ ਛੋੜ ਰਾਮ ਕੀ ਨਾ ਭਜੇ ਖੁਦਾਏ। ਤੂੰ ਰਾਮ ਰਾਮ ਕਹਿਣਾ ਛੱਡ ਦੇ, ਮੇਰਾ ਰਾਜ ਵਾ, ਮੇਰੇ ਰਾਜ ਵਿੱਚ ਖੁਦਾ ਖੁਦਾ ਕਰ। ਦੇਵਲ ਦੇਵਤਿਆਂ ਕਰ ਲਾਗੇ ਐਸੀ ਕੀਰਤ, ਆਦ ਪੁਰਖ ਕੋ ਅੱਲਾ ਕਹੀਏ। ਇਹ ਅੱਲਾ ਨਾਮ ਧਰਤੀ ਤੇ ਨਹੀਂ ਰੱਬ ਦਾ ਹੁੰਦਾ, ਇਹ ਮੁਸਲਮਾਨਾਂ ਨੇ ਧੱਕੇ ਨਾਲ ਲੋਕਾਂ ਦੇ ਉੱਤੇ ਥੋਪਿਆ ਹੋਇਆ ਵਾ। ਸਾਹਿਬ ਗੁਰੂ ਨਾਨਕ ਸਾਹਿਬ ਜੀ, ਅਸਲੀ ਰੱਬ ਦਾ ਨਾਮ ਆਦ ਪੁਰਖ ਵਾ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਅੱਲਾ ਉਹਦਾ ਨਾਂ ਨਹੀਂ ਹੈ। ਇਹ ਧੱਕੇ ਦੇ ਨਾਲ, ਰਾਜ ਸਤਾ ਦੇ ਨਾਲ ਇਹਨਾਂ ਨੇ ਅੱਲਾ ਥੋਪਿਆ ਹੋਇਆ ਵਾ ਲੋਕਾਂ ਦੇ ਉੱਤੇ।
ਸਾਹਿਬ ਨੇ ਜ਼ਿਕਰ ਕੀਤਾ ਹੈ ਗੁਲਾਮ ਲੋਕਾਂ ਦਾ। ਆਦ ਪੁਰਖ ਕੋ ਅੱਲਾਹ ਕਹੀਏ, ਸਿੱਖਾਂ ਆਈ ਵਾਰੀ। ਜਦੋਂ ਮੁਸਲਮਾਨੀ ਰਾਜ ਹੋਇਆ ਉਹਨਾਂ ਆਖਿਆ ਰਾਮ ਰਾਮ ਨਹੀਂ ਕਹਿਣ ਦੇਵਾਂਗੇ, ਅੱਲਾ ਅੱਲਾ ਬੋਲੋ, ਸਾਰੇ ਮੰਦਰ ਢਾਹ ਕੇ ਮਸੀਤਾਂ ਬਣਾ ਦਿਆਂਗੇ। ਸਾਹਿਬ ਕਹਿੰਦੇ ਜਦੋਂ ਲੋਕੀ ਗੁਲਾਮ ਹੋ ਜਾਂਦੇ ਨੇ, ਅੱਜ ਸਿੱਖ ਸਰੀਰ ਕਰਕੇ ਵੀ ਗੁਲਾਮ ਹੋ ਗਿਆ, ਤੇ ਇਹਦੀ ਅੰਦਰੋਂ ਤੇ ਪਹਿਲਾਂ ਹੀ ਗੁਲਾਮ ਸੀ, ਬਾਹਰੋਂ ਵੀ ਗੁਲਾਮ ਹੋ ਗਿਆ ਹੁਣ ਤਾਂ। ਸਿਆਣੇ ਵਿਅਕਤੀ ਕੁਛ ਦਿਨਾਂ ਵਿੱਚ ਹੀ ਆਪਣੀ ਰਾਜ ਸੱਤਾ ਕਾਇਮ ਕਰ ਗਏ, ਕੇਜਰੀਵਾਲ ਵਰਗੇ। ਜਿੱਥੇ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਰਾਜ ਸੱਤਾ ਕਾਇਮ ਕੀਤੀ, ਉਹ ਪੰਜਾਬ ਵਿੱਚ ਹੀ ਆਪਣਾ ਰਾਜ ਕਾਇਮ ਕਰ ਗਿਆ। ਤੇ ਸਾਨੂੰ 40-45 ਸਾਲ ਹੋ ਗਏ ਆ, ਅਸੀਂ ਇੱਕ ਪਿੰਡ, ਪੰਜਾਬ ਦੇ ਇੱਕ ਪਿੰਡ ਵਿੱਚ ਸਰਪੰਚ ਨਹੀਂ ਬਣਾ ਸਕੇ ਸਿਮਰਨਜੀਤ ਸਿੰਘ ਮਾਨ ਵਰਗੇ। ਇਹ ਸਿਆਣਿਆਂ ਤੇ ਬੇਸਮਝਾਂ ਬੰਦਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਸਿਆਣੇ ਬੰਦੇ ਦਿੱਲੀ ਵਿੱਚ ਵੀ ਰਾਜ ਕਾਇਮ ਕਰ ਗਏ ਨੇ, ਸਿਆਣੇ ਬੰਦੇ ਪੰਜਾਬ ਵਿੱਚ ਵੀ ਰਾਜ ਕਾਇਮ ਕਰ ਗਏ ਨੇ, ਤੇ ਸਿਮਰਨਜੀਤ ਸਿੰਘ ਮਾਨ ਵਰਗੇ ਪੰਜਾਬ ਵਿੱਚ ਇੱਕ ਸਰਪੰਚ ਨਹੀਂ ਬਣਾ ਸਕੇ ਪਿਛਲੇ 40 ਸਾਲਾਂ ਦੌਰਾਨ। ਬਸ ਸਿਆਣੇ ਬੰਦੇ ਦੀ ਇਹੀ ਤੇ ਪਰਖ ਹੁੰਦੀ ਹੈ। ਗੁਲਾਮ ਹੋ ਜਾਂਦੀ ਜਦੋਂ ਰਾਜ ਸੱਤਾ, ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਨੇ, ਉਹਨਾਂ ਦੀ ਬੋਲੀ ਬਦਲ ਜਾਂਦੀ ਆ। ਆਦ ਪੁਰਖ ਕੋ ਅੱਲਾਹ ਕਹੀਏ, ਇੱਥੇ ਅੱਲਾ ਨਹੀਂ ਸੀ ਬੋਲਿਆ ਜਾਂਦਾ, ਇੱਥੇ ਆਦ ਪੁਰਖ ਕਿਹਾ ਜਾਂਦਾ ਸੀ ਪਰਮੇਸ਼ਰ ਨੂੰ। ਪਰ ਜਦੋਂ ਉਹਨਾਂ ਨੇ ਰਾਜ ਕਾਇਮ ਕੀਤਾ, ਉਹਨਾਂ ਆਖਿਆ ਰਾਮ ਨਹੀਂ ਬੋਲਣ ਦੇਵਾਂਗੇ, ਅੱਲਾ ਬੋਲੋ, ਨਹੀਂ ਬੋਲੋਗੇ ਵੱਢ ਦਿਆਂਗੇ, ਨਹੀਂ ਬੋਲੋਗੇ ਕਤਲ ਕਰ ਦਿਆਂਗੇ। ਤੇ ਲੋਕਾਂ ਨੇ ਆਖਿਆ ਕਤਲ ਕਿਉਂ ਹੋਣਾ, ਬੋਲ ਦਿਓ ਅੱਲਾ ਅੱਲਾ, ਇਹਦੇ ਵਿੱਚ ਕੀ ਗੁਨਾਹ, ਆਪਣੀ ਜਾਨ ਬਚ ਜੂਗੀ। ਅੱਲਾ ਕਹਿਣ ਨਾਲ ਆਪਣੀ ਜਾਨ ਬਚ ਜੂਗੀ, ਤੇ ਜਾਨ ਬਚਾ ਲਓ। ਇਹੀ ਮਸਲਾ ਜਦੋਂ ਭਗਤ ਨਾਮਦੇਵ ਦੇ ਅੱਗੇ ਆਇਆ, ਉਹਨੇ ਆਖਿਆ ਰਾਮ ਰਾਮ ਬੋਲਣਾ ਬੰਦ ਕਰ ਦੇ, ਛੋੜ ਰਾਮ ਕੀ ਨਾ ਭਜੇ ਖੁਦਾਏ। ਕਹਿਣ ਲੱਗਾ ਮੈਂ ਨਹੀਂ ਖੁਦਾ ਕਹਿੰਦਾ, ਮੈਂ ਗੁਲਾਮ ਥੋੜਾ ਹਾਂ, ਮੈਂ ਤੇਰਾ ਗੁਲਾਮ ਥੋੜਾ ਕਿ ਤੇਰੇ ਕਹਿਣ ਤੇ ਮੈਂ ਰਾਮ ਰਾਮ ਛੱਡ ਕੇ ਤੇ ਅੱਲਾ ਅੱਲਾ ਕਹਿਣ ਲੱਗ ਪਊ। ਮੈਂ ਨਹੀਂ ਅੱਲਾ ਕਹਿੰਦਾ, ਮੈਂ ਰਾਮ ਰਾਮ ਹੀ ਕਹੂੰਗਾ। ਉਹਨਾਂ ਆਖਿਆ ਫਿਰ ਤਾਂ ਹੁਣ ਵੱਢ ਦਿਆਂਗੇ। ਉਹਨਾਂ ਆਖਿਆ ਵੱਢ ਦਿਓ ਫਿਰ। ਮੈਂ ਕਹਿ ਰਿਹਾ ਸੀ ਇਹ ਜਿਹੜੇ ਹੁੰਦੇ ਨਾ ਕਹਿੰਦੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਇਸ ਤਰ੍ਹਾਂ ਹੋਇਆ ਨਹੀਂ ਹੈ, ਪਰ ਬਾਣੀ 'ਚ ਲਿਖਿਆ ਹੈ ਕਿ ਸੁਣਿਆ ਸ਼ੇਖ ਪੀਰ ਪਾਤਸ਼ਾਹ। ਨਾਮ ਜਪਣ ਵਾਲੇ ਲੋਕੀ ਬਾਹਰੋਂ ਪਾਤਸ਼ਾਹ ਨਹੀਂ ਹੁੰਦੇ, ਉਹ ਆਤਮਿਕ ਤੌਰ ਤੇ ਆਜ਼ਾਦ ਜੀਂਦੇ ਨੇ। ਬਾਹਰੀ ਰਾਜ ਸੱਤਾ ਮਿਲ ਵੀ ਗਈ ਤੇ ਬੰਦੇ ਦੀ ਆਤਮਾ ਗੁਲਾਮ ਰਹਿ ਗਈ, ਬੰਦਾ ਅੰਦਰੋਂ ਗੁਲਾਮ ਹੋ ਗਿਆ। ਜੇ ਬਾਹਰੋਂ ਰਾਜ ਕਾਇਮ ਵੀ ਕਰ ਗਿਆ ਤੇ ਕੀ ਹੋਣਾ ਹੈ। ਭਗਤਾਂ ਦਾ ਰਾਜ ਬਾਹਰ ਭਾਵੇਂ ਨਾ ਹੋਵੇ, ਉਹਨਾਂ ਦਾ ਰਾਜ ਅੰਦਰੋਂ ਕਾਇਮ ਕੀਤਾ ਹੁੰਦਾ ਉਹਨਾਂ ਨੇ, ਉਹ ਅੰਦਰੋਂ ਰਾਜੇ ਹੁੰਦੇ ਨੇ। ਤੇ ਫਿਰ ਮੈਂ ਕਹਿ ਦਿਆਂ, ਕੋਈ ਸੰਤ ਭਗਤ ਰੱਬ ਦਾ ਪਿਆਰਾ ਕਦੀ ਰਾਜੇ ਅੱਗੇ ਨਹੀਂ ਝੁਕਿਆ, ਹਮੇਸ਼ਾ ਰਾਜੇ ਹੀ ਸੰਤਾਂ ਅੱਗੇ ਝੁਕਦੇ ਰਹੇ ਨੇ। ਕੋਈ ਸੰਤ ਰਾਜੇ ਦੇ ਦਰ ਤੇ ਭਿਖਿਆ ਮੰਗਣ ਨਹੀਂ ਗਿਆ, ਹਮੇਸ਼ਾ ਰਾਜੇ ਹੀ ਸਾਧੂਆਂ ਦੀਆਂ ਕੁੱਠੀਆਂ ਛਾਉਂਦੇ ਰਹੇ ਨੇ। ਪਰ ਹੁਣ ਕਲਯੁਗ ਦਾ ਸਮਾਂ ਹੈ, ਹੁਣ ਸਾਧੂ ਵੀ ਰਾਜਿਆਂ ਦੇ ਦਰਾਂ ਤੇ ਜਾਂਦੇ ਨੇ, ਕਿਉਂਕਿ ਸਾਧੂ ਰਹੇ ਨਹੀਂ ਹੈ, ਕੇਵਲ ਵਿਖਾਵਾ ਮਾਤਰ ਨੇ। ਜਪ ਤਪ ਕਿਸੇ ਦਾ ਕਾਇਮ ਨਹੀਂ ਰਿਹਾ, ਸੰਜਮ ਕਿਸੇ ਦੇ ਕੋਲ ਨਹੀਂ ਰਿਹਾ। ਤੇ ਸਾਹਿਬ ਕਹਿੰਦੇ ਆਦ ਪੁਰਖ ਕੋ ਅੱਲਾ ਕਹੀਏ, ਸਿੱਖਾਂ ਆਈ ਵਾਰੀ। ਦੇਵਲ ਦੇਵਤਿਆਂ ਕਰ ਲਾਗੇ, ਐਸੀ ਕੀਰਤ ਚਾਲੀ। ਜਿੱਥੇ ਇਹਨਾਂ ਨੇ ਆਣ ਕੇ ਆਦ ਪੁਰਖ ਦਾ ਨਾਮ ਬਦਲਿਆ, ਮੁਸਲਮਾਨਾਂ ਨੇ ਆਖਿਆ ਅੱਲਾ ਕਹੋ, ਲੋਕੀ ਅੱਲਾ ਕਹਿਣ ਲੱਗ ਪਏ। ਆਖਿਆ ਮੰਦਰ ਢਾਹ ਕੇ ਮਸੀਤਾਂ ਬਣਾ ਦਿਓ, ਮਸੀਤਾਂ ਬਣਾ ਦਿੱਤੀਆਂ ਗਈਆਂ। ਤੇ ਜਿੱਥੇ ਆਖਿਆ ਜਿਹੜਾ ਮੂਰਤੀ ਨੂੰ ਮੱਥਾ ਟੇਕੇਗਾ ਪਹਿਲੋਂ ਟੈਕਸ ਦੇਣਾ ਪਵੇਗਾ। ਦੇਵਲ ਦੇਵਤਿਆਂ ਕਰ ਲਾਗੇ, ਐਸੀ ਕੀਰਤ ਚਾਲੀ। ਇਹੋ ਜਿਹਾ ਸਮਾਂ ਆ ਗਿਆ ਗੁਲਾਮ ਲੋਕਾਂ ਵਾਸਤੇ। ਕਰ ਕਰ ਮੀਆਂ ਸਭਨਾ ਜੀਆਂ, ਬੋਲੀ ਅੰਮ੍ਰਿਤ ਮਾਰੀ।
ਦੁਨੀਆਦਾਰ ਆਪਣੀ ਗੁਲਾਮੀ ਕਾਰਨ ਆਦਿ ਪੁਰਖ ਨੂੰ ਅੱਲਾ ਕਹਿਣ ਲੱਗ ਪੈਂਦੇ ਨੇ, ਤੀਰਥਾਂ ਉੱਤੇ ਟੈਕਸ ਵੀ ਦੇਣ ਲੱਗ ਪੈਂਦੇ ਨੇ, ਆਪਣੀ ਬੋਲੀ ਵੀ ਬਦਲ ਲੈਂਦੇ ਨੇ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਆਪਣੀ ਬੋਲੀ ਨਹੀਂ ਬਦਲਦੇ। ਗੁਲਾਮ ਲੋਕਾਂ ਜਦੋਂ ਗੁਲਾਮ ਬਣਾਇਆ, ਉਹਨਾਂ ਨੇ ਰਾਮ ਰਾਮ ਦੀ ਥਾਂ ਤੇ ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦਿੱਤਾ। ਭਗਤ ਨਾਮਦੇਵ ਨੇ ਆਖਿਆ ਨਹੀਂ ਕਵਾਂਗੇ ਅੱਲਾ। ਅੱਲਾ ਕਹਿਣਾ ਮਾੜਾ ਨਹੀਂ ਹੈ, ਪਰ ਅਸੀਂ ਤੇਰੇ ਹੁਕਮ 'ਚ ਨਹੀਂ ਹਾਂ, ਅਸੀਂ ਉਸ ਦੇ ਹੁਕਮ 'ਚ ਰਹਿੰਦੇ ਹਾਂ। ਉਹ ਸਾਨੂੰ ਹੁਕਮ ਲਾ ਦੇਗਾ ਵੀ ਤੂੰ ਅੱਲਾ ਅੱਲਾ ਕਹਿ ਤਾਂ ਮੈਂ ਕਹੂੰਗਾ, ਤੇਰੇ ਕਹਿਣ ਤੇ ਮੈਂ ਅੱਲਾ ਨਹੀਂ ਉਹ ਕਹਿੰਦਾ। ਤੇ ਭਗਤ ਨਾਮਦੇਵ ਦੇ ਅੱਗੇ ਬਾਦਸ਼ਾਹ ਝੁਕਿਆ ਹੈ, ਭਗਤ ਨਾਮਦੇਵ ਨਹੀਂ ਝੁਕਿਆ। ਉਹਨੇ ਆਖਿਆ ਮੈਂ ਧੌਣ ਵੱਢ ਦੂੰਗਾ। ਵੱਢ ਦੇ, ਤੂੰ ਰਾਜਾ ਵਾਂ, ਵੱਢ ਦੇ, ਫੇਰ ਕੀ ਹੋਊਗਾ। ਤੇ ਸਾਧ ਘੜੀ ਜਾ ਬੀਤੀ ਸੁਣੀ, ਅਜੂ ਨਾ ਉਤਰ ਪਵਨ ਤਣੀ, ਪਖੰਤਲ ਬਾਜ ਬਜਾਏ ਲਾ, ਗਰੜ ਚਲੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚਰੇ ਆਏ ਗੋਪਾਲ। ਇਸ ਕਰਕੇ ਭਗਤ ਬਾਹਰੋਂ ਰਾਜੇ ਨਹੀਂ ਹੁੰਦੇ। ਕਬੀਰ ਘਰ ਆਟਾ ਨਹੀਂ ਸੀ। ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਸਨ। ਬਾਹਰੋਂ ਤੇ ਨਹੀਂ ਰਾਜੇ ਬਣਦੇ ਨਾਮ ਜਪਣ ਵਾਲੇ, ਪਰ ਜਿਹੜੀ ਅੰਦਰੋਂ ਉਹਨਾਂ ਨੂੰ ਅਵਸਥਾ ਮਿਲ ਜਾਂਦੀ ਆ, ਉਹ ਦੁਨੀਆ ਦੀਆਂ ਪਾਤਸ਼ਾਹੀਆਂ ਉਹਨਾਂ ਵਾਸਤੇ ਸਵਾਹ ਹੀ ਨੇ, ਕੱਖ ਵੀ ਨਹੀਂ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਇਹ ਦੁਨੀਆ ਦੇ ਰਾਜੇ ਦੇਸ਼ ਦੇ ਰਾਜੇ ਹੁੰਦੇ ਨੇ। ਇਹ ਦੁਨੀਆ ਦੇ ਰਾਜੇ ਬੰਦਿਆਂ ਉੱਤੇ ਰਾਜ ਕਰਦੇ ਨੇ, ਪੰਛੀਆਂ ਉੱਤੇ ਕਿਸੇ ਰਾਜੇ ਦਾ ਰਾਜ ਨਹੀਂ ਹੈ। ਪੰਛੀ ਕਿਸੇ ਰਾਜੇ ਦੇ ਅਧੀਨ ਨਹੀਂ, ਪੰਛੀ ਕਿਸੇ ਦੇਸ਼ ਦੇ ਨਹੀਂ ਹੈ। ਆ ਬਾਰਡਰ ਦੇ ਉਰਲੇ ਪਾਸੇ ਬੈਠੇ ਕਾਂ ਦਾਣੇ ਖਾਣ ਦੇ ਹੁੰਦੇ ਆ, ਉੱਡ ਕੇ ਪਾਕਿਸਤਾਨ ਬਹਿ ਜਾਂਦੇ ਨੇ, ਉੱਥੇ ਦਾਣੇ ਖਾਣ ਲੱਗ ਪੈਂਦੇ। ਉਹ ਗੁਲਾਮ ਥੋੜਾ ਸਾਡੇ ਵਾਂਗੂ, ਉਹ ਸਾਡੇ ਵਾਂਗ ਕੰਡਿਆਲੀ ਤਾਰ ਦੇ ਉਰਲੇ ਪਾਸੇ ਥੋੜਾ ਰਹਿੰਦੇ ਨੇ, ਉਹ ਆਜ਼ਾਦ ਨੇ। ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ, 84 ਲੱਖ ਜੂਨ ਉੱਤੇ ਸੰਤ ਦਾ ਰਾਜ ਚੱਲਦਾ ਜੀ। ਲੋਕਾਂ ਨੂੰ ਸੱਪ ਡੰਗ ਮਾਰਦੇ ਨੇ, ਉਹਨਾਂ ਉੱਤੇ ਛੱਪ ਛਾਇਆ ਕਰਦੇ ਨੇ। ਲੋਕਾਂ ਦਰਿਆ ਸਮੁੰਦਰ ਲੋਕਾਂ ਨੂੰ ਰੋੜ ਕੇ ਖਰਦੇ ਨੇ। ਭਗਤ ਨਾਮਦੇਵ ਨੂੰ, ਭਗਤ ਕਬੀਰ ਸਾਹਿਬ ਨੂੰ ਪਾਣੀ ਉੱਤੇ ਤਾਰ ਦਿੰਦੇ ਨੇ। 184 ਮੇਦਨੀ ਸਭ ਸੇਵ ਕਰਨ ਦਾ। ਬੰਦਿਆਂ ਦਾ ਰਾਜ ਥੋੜਾ ਕੋ ਰਾਜ ਵਾ। ਮਜ਼ਾ ਤਾਂ ਵਾ ਜੇ 84 ਲੱਖ ਜੂਨ ਉੱਤੇ ਰਾਜ ਪ੍ਰਾਪਤ ਕਰਕੇ ਦੱਸੇ ਕੋਈ। ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟਿਆ ਗਿਆ। ਹਾਥੀ ਲੈ ਲੈ ਨਮਸ਼ਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ, 3 ਬਾਰ ਪਤਿਆ ਪਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ, ਪੁਜਾ ਬਾਂਧ ਪਿਲਾ ਕਰ ਡਾਰਿਓ। ਮੇਰੀਆਂ ਬਾਹਾਂ ਬੰਨੀਆਂ ਗਈਆਂ, ਮੇਰੀਆਂ ਲੱਤਾਂ ਬੰਨੀਆਂ ਗਈਆਂ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਹਾਥੀ ਲੈ ਲੈ ਨਿਮਸ਼ਕਾਰੇ, ਹਾਥੀ ਨੇ ਮੈਨੂੰ ਆਣ ਕੇ ਮੱਥਾ ਟੇਕ ਦਿੱਤਾ। ਇੱਕ ਹੁੰਦਾ 84। ਹੁਣ ਭਗਤ ਨਾਮਦੇਵ ਜੀ ਬੋਰੀ ਵਿੱਚ ਬੰਦ ਨੇ, ਬਾਹਾਂ ਬੱਧੀਆਂ ਹੋਈਆਂ ਨੇ, ਲੱਤਾਂ ਬੱਧੀਆਂ ਹੋਈਆਂ ਨੇ, ਤੇ ਹਾਥੀ ਅੱਗੇ ਸੁੱਟਿਆ ਗਿਆ ਤੇ ਹਾਥੀ ਮੱਥਾ ਟੇਕਦਾ ਹੈ। ਇਸ ਦਾ ਮਤਲਬ ਭਗਤ ਨਾਮਦੇਵ ਦਾ ਰਾਜ 84 ਲੱਖ ਜੂਨ ਤੇ ਚੱਲਦਾ ਹੈ। ਤੇ ਰਾਜਿਆਂ ਦਾ ਰਾਜ ਤੇ ਬੰਦਿਆਂ ਉੱਤੇ, ਤੇ ਉਹਨਾਂ ਬੰਦਿਆਂ ਉੱਤੇ ਚੱਲਦਾ ਜਿਹੜੇ ਗੁਲਾਮ ਹੋ ਗਏ ਨੇ। ਇਸ ਕਰਕੇ ਰੱਬ ਖੈਰ ਕਰੇ। ਅੱਜ ਦੀ ਸਾਡੀ ਜਿਹੜੀ ਤੁਕ ਸੀ, ਸੁਣਿਆ ਸੇਖ। ਬੰਦਿਆ ਤੂੰ ਬਹੁਤ ਵੱਡਾ ਹੋ ਜਾਏਗਾ, ਤੇਰਾ ਆਸਾ ਦੀ ਵਾਰ ਸੁਣਿਆ ਕਰ ਜੇ, ਅੰਦਰੋਂ ਤੂੰ ਬਹੁਤ ਵੱਡਾ ਹੋ ਜਾਏਗਾ। ਤੂੰ ਕਿਹੜਿਆਂ ਚੱਕਰਾਂ 'ਚ ਪਿਆ ਹੋਇਆ ਵਾ, ਤੂੰ ਕਿਹੜਿਆਂ ਬਾਬਿਆਂ ਦੇ ਤੇ ਗੁਰੂਆਂ ਦੇ ਦਰਾਂ ਦੇ ਉੱਤੇ ਭਟਕਦਾ ਫਿਰਦਾ ਹੈ, ਤੇ ਲੋਕ ਬਾਬਿਆਂ ਦੇ ਦਰਾਂ ਉੱਤੇ ਜਾ ਕੇ ਸੇਵਾ ਪਿਆ ਕਰਦਾ ਹੈ। ਕਿਹਦੀ ਕਰਦਾ ਹੈ ਸੇਵਾ? ਉਹਨਾਂ ਉਹ ਤਾਂ ਆਪਣੀਆਂ ਦੌਲਤਾਂ ਬਣਾਉਂਦੇ ਨੇ, ਤੇ ਤੂੰ ਸੇਵਾ ਇਹਨੂੰ ਸੇਵਾ ਮੰਨ ਕੇ ਬੈਠਾ ਦੌਲਤਾਂ ਨੂੰ। ਨਹੀਂ ਨਹੀਂ, ਰੱਬ ਦਾ ਨਾਮ ਸੁਣਿਆ ਕਰ। ਸੁਣਿਆ ਸ਼ੇਖ, ਪੀਰ, ਪਾਤਸ਼ਾਹ, ਇਹ ਪਦਵੀਆਂ ਤੇਰੇ ਕੋਲ ਹੋਣਗੀਆਂ ਜੇ ਤੂੰ ਰੱਬ ਦੇ ਨਾਮ ਨਾਲ ਜੁੜ ਗਿਆ। ਤੈਨੂੰ ਦੁਨੀਆ ਦੇ ਪਾਤਸ਼ਾਹ ਅੱਗੇ ਸਿਰ ਝੁਕਾਉਣ ਦੀ ਲੋੜ ਕੋਈ ਨਹੀਂ। ਦੁਨੀਆ ਦੇ ਪਾਤਸ਼ਾਹ ਤੇਰੇ ਅੱਗੇ ਸਿਰ ਝੁਕਾਉਣਗੇ। ਤੈਨੂੰ ਦੁਨੀਆ ਪੀਰਾਂ ਫਕੀਰਾਂ ਨੂੰ ਮੰਨਣ ਦੀ ਲੋੜ ਕੋਈ ਨਹੀਂ। ਤੂੰ ਰੱਬ ਦਾ ਨਾਮ ਸੁਣ, ਤੂੰ ਖੁਦ ਪੀਰ ਹੋ ਜਾਏਗਾ। ਸਿੱਧਾ ਸੇਵਨ ਸਿੱਧ ਪੀਰ ਮੰਗੇ ਰਿੱਧ ਸਿੱਧ, ਇੱਕ ਮੈਂ ਨਾਮ ਨਾ ਵਿਸਰੇ ਸਾਚੇ ਗੁਰਬੁੱਧ। ਸਾਹਿਬ ਕਿਰਪਾ ਕਰਨ, ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ
बड़ी वड्डी वडियाई लिखी परमेश्वर का नाम सुन दे उत्ते 4 पौड़ियां लिख दित्तियां ने। साहब किरपा करन सच्चे पातशाह, साडी कौम भी सियाणी बने, साडे सिखां दे कोल भी सियाणप आवे, असीं भी सियाणे बन के केजरीवाल वांगू राज करिए। कित्थों भईया उठिया केजरीवाल, दिल्ली की सत्ता लई, फिर पंजाब की सत्ता लै गया, तो सानू 40 साल हो गए लड़द्या मरद्या नूं, बर्बादियां हो गईयां ते कख भी नहीं होया। इत्थे कहंदे ने असीं सियाणप नहीं वरती। इत्थों साडी फिर बेसमझी दे पता लगदा भी ये कौम बेसमझ कौम है, सियाणी नहीं है, आप उधरी कौम बनी हुई फिरदी है। सियाणे बणीए ते सियाणे तां ही बनिया जाना, असीं रब दा नाम सुनांगे। भाई रब खैर करे, रहमतां बख्शियां करन श्री गुरु नानक देव सच्चे पातशाह। सानू अपने इस पितर पावन बाणी दे नाल जोड़ के रखण मार सच्चे पातशाह। कल नूं फिर अगली तुक आपां लवांगे। सुने शेख पीर पातशाह, सुने अंधे पावे राह। कल अन्नियां दा जिक्र करांगे। अन्नियां विच सारे ही आ जाने ने, अन्नियां विच दुनियादार भी आ जाने ते अन्नियां विच साधु महात्मा भी अन्नियां विच डेरेदार भी आ जाने ते अन्नियां विच देहधारी गुरु भी आ जाने ने। रईयत अंधी ज्ञान भी होनी, प्रजा भी अन्नियां च वा, राजा भी अन्नियां च आ जाना है। कल नूं अन्नियां दा जिक्र करांगे। ते सुने अंधे पावे राह, नाम सुनो ते राह मिल जूगा रब दा, नहीं सुनोगे फिर अन्नियां वाली जिंदगी होगी। साहब किरपा करन। इत्थे हुण विचारां दी समाप्ति है। वाहिगुरू जी का खालसा, वाहिगुरू जी की फतेह।